पहली गलती थोड़ी जी अपनी भी है। ਆਪਾਂ ਸੁੱਤੇ ਹੀ ਉਸ ਤਰੀਕੇ ਨਾਲ ਪਏ ਆ। ਅੱਜ ਆਪਾਂ ਲੀਡਰਾਂ ਨੂੰ ਇਹਨਾਂ ਮੰਚਾਂ ਤੋਂ ਬਹੁਤ ਭੰਡਦੇ ਆ, ਬਹੁਤ ਐਂ ਕਹਿੰਦੇ ਆ ਵੀ ਟੰਗ ਦਿਆਂਗੇ, ਚੱਕ ਦਿਆਂਗੇ। ਉਹ ਲੀਡਰ ਬਣਾਏ ਕਿਹਨੇ ਨੇ? ਆਪਾਂ ਹੀ ਬਣਾਏ ਨੇ। ਜਿਹੜਾ ਬੰਦਾ ਜਦੋਂ ਵੋਟਾਂ ਪੈਂਦੀਆਂ ਨੇ ਨਾ, ਤੁਸੀਂ ਦੇਖਿਓ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਤਾਂ ਖੜੇ ਹੁੰਦੇ ਨੇ, ਪਰ ਹਰ ਇੱਕ ਹਲਕੇ 'ਚ ਇੱਕ ਐਸਾ ਆਗੂ ਖੜਾ ਹੁੰਦਾ ਜਿਹੜਾ ਸੱਚ ਦੀ ਆਵਾਜ਼ ਚੱਕਦਾ। ਚਾਹੇ ਤੁਸੀਂ ਉਹਨੂੰ ਕਾਮਰੇਡ ਲਾ ਲਓ, ਚਾਹੇ ਤੁਸੀਂ ਜੋ ਮਰਜ਼ੀ ਲਾ ਲਓ। ਉਹ ਰੌਲਾ ਪਾਉਂਦਾ ਰਹਿੰਦਾ ਵਿਚਾਰਾ ਵੀ ਤੁਸੀਂ ਯਾਰ किधर तुरे फिरते हो, इत्थे आओ, आ गल हैगा, आ तुहाडे अधिकार ने, आ तुहानूं मैं हक ला के दूंगा। पर अफसोस इस गल दा हुंदा भी उहदी विचारे दी जमानत जब्त हो जाती है। वो क्यों हुंदी है? वो साडी चौधर करके हुंदी है भी MLA साहब आउणगे, साडे विआह च आउणगे, साडा थाणेदार नूं कह देणगे फोन करके भी काका ये बंदे मेरे ने। इत्थे तक ही सोच साडी खड़ी है। फिर आपां कहने तरक्की नहीं हुंदी। किते ना किते भागेदार पहिलां आपां, पहली गलती अपनी है, दूजी उन्हां दी है। ਹੁਣ ਬਿੱਲੀ ਮੂਹਰੇ ਜਦੋਂ ਦੁੱਧ ਪਿਆ ਹੋਊਗਾ ਤਾਂ ਪੀਊਗੀ ਨਾ, ਉਹਦੀ ਉਹ ਆਦਤ ਹੈ, ਕੁਦਰਤ ਹੈ, ਉਹਨੇ ਤਾਂ ਰੁਕਣਾ ਹੀ ਨਹੀਂ। ਜਦੋਂ ਤੁਸੀਂ ਪਰੋਸ ਕੇ ਇੱਕ ਥਾਲ 'ਚ ਪਾ ਕੇ ਦੇ ਦੋਗੇ ਅਗਲੇ ਨੂੰ, ਤੇ ਨਾ ਤੁਸੀਂ ਸਵਾਲ ਕਰੋਗੇ, ਨਾ ਤੁਹਾਨੂੰ ਇਹ ਪਤਾ ਵੀ ਇੱਕ MLA ਹਲਕੇ ਦਾ ਹੁੰਦਾ, ਉਹਦੇ ਕੋਲ ਕਿਹੜੇ ਕਿਹੜੇ ਅਧਿਕਾਰ ਹੁੰਦੇ ਨੇ ਤੇ ਉਹਦੇ ਤੋਂ ਕਿਹੜੀਆਂ ਕਿਹੜੀਆਂ ਆਪਾਂ ਮੰਗਾਂ ਮਨਾ ਸਕਦੇ ਹਾਂ। ਸੋ ਇਹਦੀ ਜਾਣਕਾਰੀ ਰੱਖਣੀ ਜ਼ਰੂਰੀ ਹੈ। ਅੱਜ ਇਸ ਮੰਚ ਤੋਂ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਜਵਾਨੀ ਹੈ ਉਹ ਇੰਨੀ ਕੁ ਲਾਮਬੰਦ ਤੇ ਇੰਨੀ ਕੁ ਜਾਗ ਚੁੱਕੀ ਹੈ ਵੀ ਹੁਣ ਆਪਾਂ ਜੇ ਜਾਗ ਹੀ ਗਏ ਤਾਂ ਫਿਰ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਰੱਖੀਏ। ਹੁਣ ਆਪਾਂ ਸਵਾਲ ਕਰਨੇ ਸ਼ੁਰੂ ਕਰੀਏ ਵੀ ਭਾਈ ਇੱਥੇ ਆ ਸੜਕ ਬਣਨੀ ਸੀ, ਇੰਨੀ ਤੈਨੂੰ ਗ੍ਰਾਂਟ ਆ ਗਈ, ਇੰਨਾ ਤੈਨੂੰ ਟੈਂਡਰ ਹੋ ਗਿਆ, ਹੁਣ ਤੱਕ ਬਣੀ ਕਿਉਂ ਨਹੀਂ? ਜਿਹੜਾ ਆਹ ਧਰਨਾ ਹਲਕੇ ਦਾ ਇਹ ਜਾ ਕੇ ਆਪਣੇ ਜਿਹੜਾ ਨੁਮਾਇੰਦਾ ਚੁਣਿਆ ਹੋਇਆ ਉਹਦੇ ਘਰ ਮੂਹਰੇ ਲਾਈਏ ਤਾਂ ਆਪਣੇ ਸਾਰੇ ਮਸਲੇ ਹੱਲ ਨੇ। 2-3 ਵਾਰੀ ਤੁਸੀਂ ਲਾਓਗੇ, ਚੌਥੀ ਵਾਰੀ ਅਗਲੇ ਨੂੰ ਆਪ ਹੀ ਪਤਾ ਲੱਗ ਜਾਣਾ ਵੀ ਹੁਣ ਕੰਮ ਤਾਂ ਕਰਨਾ ਹੀ ਪੈਣਾ। ਇਹ ਹੈਗੀ ਆਪਣੀ ਵੱਡੀ ਜਿੱਤ। ਇਹਦਾ ਇਹਨਾਂ ਬਿੱਲਾਂ ਨਾਲ ਕੋਈ ਸੰਬੰਧ ਨਹੀਂ। ਇਹ ਸਮਾਜ ਦੀ ਗੱਲ ਕਰਦੇ ਆ ਵੀ ਪੰਜਾਬ ਪਿੱਛੇ ਚਲੇ ਗਿਆ, ਇਹ ਤਾਂ ਚਲੋ ਇੱਕ ਬੰਬ ਹੀ ਸੁੱਟਿਆ ਗਿਆ ਨਾ ਆਪਣੇ ਤੇ। ਜੇ ਆਪਾਂ ਇਹਦੇ ਤੇ ਵੀ ਆਵਾਂਗੇ, ਪਰ ਇਹਦੇ ਤੋਂ ਪਹਿਲਾਂ ਜਿਹੜੇ ਆਪਣੇ ਨਿੱਜੀ ਫਰਜ਼ ਨੇ, ਜੇ ਆਪਾਂ ਵੋਟ ਪਾਉਨੇ ਆ, ਇੱਕ ਵੋਟ ਇੱਕ ਬੜੀ ਵੱਡੀ ਪਾਵਰ ਹੈ ਸਾਡੇ ਕੋਲੇ। ਉਹ ਇੱਕ ਐਸੀ ਪਾਵਰ ਹੈ, ਆਪਾਂ 5 ਸਾਲ ਪਿੱਟਦੇ ਹੀ ਰਹਿੰਦੇ ਆ ਨਾ ਵੀ ਸਰਕਾਰਾਂ ਖਾ ਗਈਆਂ, ਲੁੱਟ ਗਈਆਂ। ਉਹ ਸਰਕਾਰਾਂ ਆਪਾਂ ਹੀ ਬਣਾਈਆਂ ਨੇ ਤਾਂ ਆਪਾਂ ਨੂੰ ਖਾ ਗਈਆਂ। ਸੋ ਆਗੂ ਮੈਨੂੰ ਲੱਗਦਾ ਹੈ ਵੀ ਜਵਾਨੀ ਜਿਹੜੀ ਹੁਣ ਜਾਗੀ ਹੈ ਉਹ ਉਸ ਪੱਧਰ ਤੱਕ ਜਾਊਗੀ ਵੀ ਹੁਣ ਜਿਹੜੀ ਤੁਸੀਂ ਗਾਂਹ ਵਾਲੀ 2022 ਵਾਲੀ ਸਰਕਾਰ ਬਣਾਓਗੇ ਉਹਦੇ 'ਚ ਉਹ ਬੰਦੇ ਚੁਣ ਕੇ ਅੱਗੇ ਭੇਜੋਗੇ ਜਿਹੜੇ ਅੱਜ ਪੰਜਾਬ ਦੀ ਗੱਲ ਕਰਨਗੇ, ਪੰਜਾਬੀਅਤ ਦੀ ਗੱਲ ਕਰਨਗੇ, ਸਾਡੇ ਹੱਕਾਂ ਦੀ ਗੱਲ ਕਰਨਗੇ, ਕਿਉਂਕਿ ਲੋੜ ਹੈ। ਅੱਜ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਵੈਂਟੀਲੇਟਰ ਤੇ ਪੰਜਾਬ ਆਇਆ ਪਿਆ। ਅਸੀਂ ਪੰਜਾਬੀਆਂ ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਦਿੰਦੇ ਹਾਂ, ਹਾਂ ਦਾ ਨਾਰਾ ਮਾਰਦੇ ਹਾਂ ਤੇ ਮਾਰਦੇ ਰਹਾਂਗੇ, ਪਰ ਸੱਚ ਤੋਂ ਕਿਤੇ ਨਾ ਕਿਤੇ ਅਸੀਂ ਭੱਜ ਨਹੀਂ ਸਕਦੇ। ਅੱਜ ਸਾਡੇ ਕੰਮਕਾਰ ਕਰਾਉਣ ਦਾ ਤਰੀਕਾ ਜਿਹੜਾ ਬਦਲ ਗਿਆ। ਅੱਜ ਆਪਾਂ ਯੂਜ਼ ਟੂ ਹੋ ਗਏ। ਅੱਜ ਜਦੋਂ ਕਿਤੇ ਆਪਾਂ ਨੂੰ ਕੋਈ ਪੁਲਿਸ ਵਾਲਾ ਰੋਕ ਲਵੇ, ਆਪਣਾ ਸਿੱਧਾ ਹੱਥ ਪਹਿਲਾਂ ਐ ਜਾਂਦਾ, ਆਪਾਂ ਉਹਦੀ ਗੱਲ ਵੀ ਨਹੀਂ ਸੁਣਦੇ। ਆਪਾਂ ਪਹਿਲਾਂ ਜੇਬ 'ਚੋਂ ਫੋਨ ਕੱਢਦੇ ਹਾਂ। ਹੋ ਸਕਦਾ ਹੁੰਦਾ ਉਹਨੇ ਕੁਛ ਆਪਾਂ ਨੂੰ ਹੋਰ ਹੀ ਕਹਿਣਾ ਹੁੰਦਾ, ਆਪਾਂ ਫੋਨ ਕੱਢਦੇ ਹਾਂ ਵੀ ਆ, ਜਦ ਤੱਕ ਉਹ ਗੱਡੀ ਰੋਕਦੇ ਹਾਂ ਜਦ ਤੱਕ ਨੰਬਰ ਡਾਇਲ ਕਰਕੇ ਮਿਲਾ ਦਿੰਦੇ ਹਾਂ ਵੀ ਆਹ ਆ ਕਰ ਲਾ ਗੱਲ। ਉਹ ਕਹਿੰਦਾ ਯਾਰ ਗੱਲ ਕਰਨ ਨੂੰ ਤਾਂ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਵੀ ਮੇਰੀ ਕਿਸੇ ਨਾਲ ਗੱਲ ਕਰਾ। ਇਹ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਆਪਣੇ 'ਚ ਵੀ ਆ। ਕਮੀਆਂ ਨੇ ਜਿਹੜੀਆਂ ਉਹ ਸਾਡੇ ਤੋਂ ਹੀ ਸ਼ੁਰੂ ਹੁੰਦੀਆਂ ਨੇ, ਦੂਜੇ ਨੂੰ ਭੰਡਣਾ ਆਪਾਂ ਬਾਅਦ 'ਚੋਂ ਸ਼ੁਰੂ ਕਰੀਏ। ਇਹ ਤਾਂ ਗੱਲ ਹੋ ਗਈ ਸਿਸਟਮ ਦੀ। ਤੇ ਮੈਨੂੰ ਆਸ ਆ ਕਿ ਜਿੰਨੇ ਕੁ ਵੀਰ ਜਾਗੇ ਨੇ, ਜਿੰਨੇ ਕੁ ਤੁਸੀਂ ਆਏ ਹੋ ਇੱਥੇ, ਹੁਣ ਤੁਸੀਂ ਆਪਦੇ ਅਧਿਕਾਰ, ਆਪਦੇ ਹੱਕਾਂ ਨੂੰ ਪਛਾਣੋਗੇ, ਸਵਾਲ ਕਰਨੇ ਸ਼ੁਰੂ ਕਰੋਗੇ। ਹੁਣ ਦੂਜੀ ਗੱਲ ਆ ਗਈ ਆਰਡੀਨੈਂਸਾਂ ਦੀ। ਇਹ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਨੇ ਸਾਡੇ ਤੇ ਜਿਹੜਾ ਇਹ ਸਾਡੇ ਗਲ 'ਚ ਫਾਹਾ ਪਾਇਆ, ਇਹ ਧੋਖਾ ਹੈ ਸਾਡੀ ਸਟੇਟ ਨਾਲ। ਇਹ ਬਿੱਲ ਕਿਵੇਂ ਪਾਸ ਹੋਇਆ? ਰਾਜ ਸਭਾ ਦੇ ਮੈਕ ਬੰਦ ਕਰਾ ਕੇ, ਮਿਨੋਰਟੀ ਉੱਥੇ ਉਹਨਾਂ ਦੀ ਹੈ, ਵੋਟਾਂ ਪਵਾ ਕੇ ਪਾਸ ਕਰਤਾ, ਥੋਪਤਾ। ਪਰ ਇੱਥੇ ਤੁਹਾਡੀ ਜਿੱਤ ਕਿੱਥੇ ਹੋਈ ਹੈ? 6 ਮਹੀਨੇ ਹੋ ਗਏ, ਜੂਨ ਦਾ ਪਾਸ ਹੋਇਆ ਹੋਇਆ। ਉਹ ਐਸੇ ਡਿਕਟੇਟਰਸ਼ਿਪ ਸਰਕਾਰ ਚੱਲ ਰਹੀ ਹੈ ਵੀ ਜਿਹੜੀ ਕਹਿੰਦੇ ਵੀ ਇੱਕ ਵਾਰੀ ਉਹਨਾਂ ਨੇ ਜਿਵੇਂ ਜੱਜ ਪੈਨ ਤੋੜ ਦਿੰਦਾ ਨਾ ਸਜ਼ਾ ਸੁਣਾ ਕੇ ਵੀ ਮੁੜ ਕੇ ਕੋਈ ਕੰਮ ਦਾ ਹੀ ਨਾ ਰਹੇ, ਉੱਦਾਂ ਫਰਮਾਨ ਜਾਰੀ ਕਰਦੇ ਆ ਉੱਥੋਂ ਉਹ ਵੀ ਆਹ ਬਿੱਲ ਲਾਗੂ ਕਰਤਾ, ਧਾਰਾ 370 ਤੋੜਤੀ ਵੀ ਚਲੋ ਜੀ ਤੋੜਤੀ, ਕੋਈ ਚੱਕਰ ਨਹੀਂ। ਉਹ ਜੰਮੂ ਕਸ਼ਮੀਰ ਤਾਂ ਬਣਾ ਦੇ ਉੱਥੇ ਇੱਕ ਜਿਉਂਦੀ ਜਾਗਦੀ ਜੇਲ੍ਹ ਬਣਾਤੀ ਉਹਨਾਂ ਲੋਕਾਂ ਨੂੰ। ਕੀ ਯਾਰ ਇਨਸਾਨ ਨਹੀਂ ਹੈਗੇ ਉਹ ਵੀ ਸਾਡੇ ਵਰਗੇ ਨੇ। ਤੁਸੀਂ ਸੋਚ ਕੇ ਦੇਖੋ ਕੱਲ੍ਹ ਨੂੰ ਪੰਜਾਬ 'ਚ ਇੱਦਾਂ ਦਾ ਮਾਹੌਲ ਆ ਜਾਵੇ ਤਾਂ ਕੀ ਵੀ ਤੂੰ ਉਸ ਤਾਂ ਪਹਿਲਾਂ ਹੀ ਸਾਡੇ ਤਾਂ ਇੰਨੇ ਦੁਖਾਂਤ ਨੇ, ਅਸੀਂ ਤਾਂ ਉਹ ਨਹੀਂ ਭੁੱਲੇ, ਸਾਨੂੰ ਤਾਂ ਉਹਨਾਂ ਦਾ ਨਹੀਂ ਹੁਣ ਤੱਕ ਇਨਸਾਫ ਮਿਲਿਆ, ਇਹਨਾਂ ਤੋਂ ਆਪਾਂ ਆਸ ਕੀ ਰੱਖਾਂਗੇ? ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੱਲ ਆਉਂਦੀ ਆ ਘੁੰਮ ਕੇ ਘੱਟ ਗਿਣਤੀ ਤੇ। ਉੱਥੇ ਹੋਇਆ ਯੂਪੀ 'ਚ ਕੀ ਹੋਇਆ, ਉਹ ਕੁੜੀ ਦਾ ਵਿਚਾਰੀ ਦਾ ਰੇਪ ਕਰਕੇ ਉਹਨੂੰ ਮਾਰਤਾ, ਉਹਦੀ ਜੀਭ ਵੱਢਤੀ, ਤੇ ਉਹਦਾ ਬਿਆਨ ਕੀ ਆਇਆ ਉੱਥੇ ਉਹਨਾਂ ਦਾ ਵੀ ਠਾਕਰਾਂ ਦੇ ਖੂਨ 'ਚ ਤਾਂ ਜੀ ਸ਼ੁਰੂ ਤੋਂ ਥੋੜ੍ਹੀ ਜਿਹੀ ਗਰਮੀ ਹੁੰਦੀ ਹੈ। ਦੇਖੋ ਕਿੱਡੀ ਇਹ, ਮਤਲਬ ਮੈਂ ਇਦੋਂ ਘਟੀਆ ਸਟੇਟਮੈਂਟ ਅੱਜ ਤੱਕ ਨਹੀਂ ਕਿਸੇ ਦੀ ਸੁਣੀ।
ਮਸਜਿਦ ਢਾਤੀ ਉਹਨੇ, ਜੱਜ ਨੇ ਰਾਤੋਂ ਰਾਤ ਫੈਸਲਾ ਸੁਣਾਤਾ ਤੇ ਦੂਜੇ ਦਿਨ ਉਹ ਰਿਟਾਇਰ ਹੋ ਗਿਆ। ਬਾਬਰੀ ਮਸਜਿਦ ਢਾਈ ਆ, ਕਹਿੰਦਾ ਜੀ ਇੱਥੇ ਤਾਂ ਇਹ ਤਾਂ ਸਾਨੂੰ ਧੁੰਦਲੇ ਦਿੰਦੇ ਨੇ, ਸਾਨੂੰ ਤਾਂ ਦਿਖਿਆ ਹੀ ਨਹੀਂ ਕੌਣ ਢਾਹ ਗਿਆ। ਹੁਣ ਇਦੋਂ ਉੱਤੇ ਲੋਕਤੰਤਰ ਦਾ ਘਾਣ ਕੀ ਹੋ ਜਾਊਗਾ। ਹੁਣ ਇਹ ਜਿਹੜੀਆਂ ਪੰਜਾਬ ਤੇ ਵੀ ਅੱਖ ਰੱਖੀ ਗਈ, ਉਹਨਾਂ ਨੂੰ ਪਤਾ ਵੀ ਇਹ ਮਾਰਸ਼ਲ ਕੌਮ ਹੈ, ਇਹਨਾਂ ਨੇ ਛੇਤੀ ਹੱਥ ਧਰਾਉਣਾ ਨਹੀਂ ਸਾਡੇ ਤੋਂ, ਸ਼ੁਰੂ ਹੋ ਗਏ। ਇਹ ਬਿੱਲ ਜੂਨ ਦਾ ਲਾਗੂ ਕੀਤਾ, ਹੁਣ ਤੱਕ ਅਸੀਂ ਬਗਾਵਤ ਕੀਤੀ ਹੈ, ਚਲੋ ਕਰਨੀ ਵੀ ਬਣਦੀ ਹੈ, ਠੀਕ ਹੈ। ਸਾਨੂੰ ਵੀ ਬੜੇ ਫੋਨ ਆਉਣ ਲੱਗ ਗਏ ਵੀ ਤੁਸੀਂ ਕੀ ਯਾਰ ਅੰਬ ਲੈਣੇ ਨੇ, ਤੁਸੀਂ ਉਹੀ ਲੀਡਰ ਬਣੇ ਹੋ, ਅੱਗੇ ਜਾ ਕੇ ਬੋਲਦੇ ਹੋ ਮਾਈਕਾਂ ਤੇ, ਰੋਜ਼ ਭਾਸ਼ਣ ਕਰਦੇ ਹੋ। ਪਰ ਇੱਕ ਜ਼ਮੀਰ ਜਾਗਦੀ ਹੈ ਅੰਦਰੋਂ। ਮੈਂ ਤਾਂ ਆਪਣੇ ਤੋਂ ਹੀ ਗੱਲ ਸ਼ੁਰੂ ਕਰਦਾ ਹੁੰਦਾ। ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਕੋਈ ਨਹੀਂ, ਜਿੱਧਰ ਗਿਆ ਬਾਣੀਆ ਉੱਧਰ ਗਿਆ ਬਾਜ਼ਾਰ, ਵੀ ਜੋ ਕੁਝ ਦੁਨੀਆ ਨਾਲ ਹੋਊਗਾ ਉਹੀ ਸਾਡੇ ਨਾਲ ਹੋਊਗਾ, ਸਾਡੇ ਨਾਲ ਕਿਹੜਾ ਕੁਝ ਲਹਿਦਾ ਹੀ ਹੋਣਾ। ਸਾਰਿਆਂ ਦੀ ਜ਼ਿਆਦਾ ਆਪਣੀ ਇਹੀ ਸੋਚ ਹੈ ਵੀ ਕੋਈ ਨਹੀਂ, ਦੇਖਾਂਗੇ ਕੀ ਹੋਊਗਾ। ਹਲੇ ਵੀ ਮੈਂ ਪਿੰਡਾਂ 'ਚ ਜਾਂਦਾ, ਬਥੇਰੇ ਬੈਠੇ ਐਂ ਕਰੀ ਜਾਣਗੇ, ਨਾ ਨਾ ਹੁਣ ਤਾਂ ਨਹੀਂ ਕੈਂਸਲ ਹੁੰਦੇ, ਹੁਣ ਕੈਂਸਲ ਤਾਂ ਨਹੀਂ ਹੁੰਦੇ, ਕੁਛ ਨਾ ਕੁਛ ਹੋਰ ਹੋ ਜਾਊਗਾ। ਜਦੋਂ ਉਹ ਗੱਲ ਉਹੀ ਆ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਜਹਾਨ 'ਚ ਫਤਿਹ, ਜਦੋਂ ਤੁਹਾਡੀ ਸੋਚ 'ਚ ਉਹ ਚੀਜ਼ ਵੜ ਗਈ ਵੀ ਹੋਣਾ ਹੀ ਨਹੀਂ, ਫਿਰ ਤੁਸੀਂ ਕਰਾ ਵੀ ਕਿਵੇਂ ਲਓਗੇ। ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ, ਪਰ ਬਹੁਤੇ ਲੋਕਾਂ ਦੀ ਗੱਲ ਕਰਦਾ। ਫਿਰ ਮੇਰੀ ਉਹਨਾਂ ਨਾਲ ਬਹਿਸ ਵੀ ਹੋ ਜਾਂਦੀ ਹੈ ਇਸ ਗੱਲ ਪਿੱਛੋਂ ਵੀ ਯਾਰ ਤੁਸੀਂ ਕਿਉਂ, ਯਾਰ ਜੇ ਤੁਸੀਂ ਸਾਡੇ ਨਾਲ ਧਰਨਿਆਂ ਤੇ ਨਹੀਂ ਆ ਸਕਦੇ ਤਾਂ ਤੁਹਾਡੇ ਕੋਲ ਇਹ ਵੀ ਕਮ ਸੇ ਕਮ ਇੱਥੇ ਤਾਂ ਤੁਸੀਂ ਹੌਸਲਾ ਰੱਖੋ ਨਾ ਵੀ ਹਾਂ ਅਸੀਂ ਜਿੱਤਾਂਗੇ, ਸਾਨੂੰ ਵੀ ਮਾੜਾ ਮੋਟਾ ਮੋਟੀਵੇਸ਼ਨ ਮਿਲਦੀ ਹੈ ਵੀ ਚਾਹੇ ਬੰਦਾ ਜਿਹੜੇ ਮਰਜ਼ੀ ਪੱਧਰ ਤੇ ਆ ਉਹ ਸਾਡੇ ਨਾਲ ਹੈ। ਥੋੜੇ ਲੋਕ ਨੇ ਜਿਹੜੇ ਸੋਚ ਰੱਖਦੇ ਨੇ, ਉਹ ਵੀ ਆਪਣੇ ਹੀ ਨੇ, ਉਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਹੈ ਵੀ ਅਸੀਂ ਇਹ ਬਿੱਲ ਰੱਦ ਕਰਵਾਵਾਂਗੇ। ਪੰਜਾਬੀਆਂ ਨੇ ਇਤਿਹਾਸ ਬਣਾਇਆ, ਭਗਤ ਸਿੰਘ ਨੇ ਕੁਰਬਾਨੀ ਦਿੱਤੀ ਸੀ ਤਾਂ ਇਹ ਮੁਲਕ ਆਜ਼ਾਦ ਹੋਇਆ ਸੀ। ਕਰਤਾਰ ਸਿੰਘ ਸਰਾਭਾ 17 ਸਾਲ ਦੀ ਉਮਰ ਸੀ ਜਦੋਂ ਉਹ ਇੰਨਾ ਇੰਟੈਲੀਜੈਂਟ ਆ ਗਿਆ ਸੀ। ਕਦੇ ਤੁਸੀਂ ਪੜ੍ਹੇ ਉਹਦੇ ਬਾਰੇ ਵੀ ਉਹਨੇ ਕਿਵੇਂ ਉਸ ਲਹਿਰ 'ਚ ਹਿੱਸਾ ਪਾਇਆ ਆਜ਼ਾਦੀ 'ਚ। ਅਸੀਂ ਜਿੱਤਾਂਗੇ ਤੇ ਇਤਿਹਾਸ ਬਣਾਵਾਂਗੇ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਜੇ ਅਸੀਂ ਇਹ ਜੰਗ ਹਾਰ ਗਏ ਤਾਂ ਸਾਡੇ ਪੱਲੇ ਕੁਛ ਨਹੀਂ ਰਹਿਣਾ। ਜਿਹੜੇ ਹੁਣ ਮੁੰਡੇ ਸਾਡੇ ਬਾਹਰ ਵੀ ਚਲੇ ਜਾਂਦੇ ਆ ਨਾ, ਇੱਕ ਸਾਨੂੰ ਕੈਨੇਡਾ ਦਾ ਸਹਾਰਾ ਮਿਲਿਆ ਹੋਇਆ, ਇਹਨਾਂ ਨੇ ਤਾਂ ਨਹੀਂ ਦਿੱਤਾ ਪਰ ਉਹਨਾਂ ਨੇ ਦਿੱਤਾ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਵੀ ਸਾਡਾ ਕੈਂਸਲ ਹੋ ਜਾਊਗਾ। ਕਿਉਂਕਿ ਜਿਹੜੀਆਂ ਜ਼ਮੀਨਾਂ ਤੇ ਅਸੀਂ ਲਿਮਟਾਂ ਲੈ ਕੇ ਜਾਂਦੇ ਆ, ਉਹ ਜ਼ਮੀਨਾਂ ਦੇ ਰੇਟ ਹੀ 5-5 4-4 ਲੱਖ ਰਹਿ ਜਾਣਗੇ। ਮੈਨੂੰ ਦੱਸੋ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਕਿਹਦੀਆਂ ਲਿਮਟਾਂ ਨਹੀਂ ਚੱਲਦੀਆਂ, ਕਿਹਦੀ ਜ਼ਮੀਨ ਤੇ ਕਰਜ਼ਾ ਨਹੀਂ ਹੈਗਾ। ਇਦੋਂ ਬਾਅਦ 'ਚ ਅਗਲੀ ਰਣਨੀਤੀ ਕੀ ਬਣਾਉਣਗੇ? 2-3 ਸਾਲੇ ਆਉਣਗੇ, ਆਪਦੇ ਜਿੱਥੇ ਅੱਜ ਸਾਡੀਆਂ ਮੋਟਰਾਂ ਨੇ ਉੱਥੇ ਇਹਨਾਂ ਦੇ ਬੋਰਡ ਲੱਗੇ ਹੋਣਗੇ, ਅਡਾਨੀ ਫਾਰਮ, ਅਡਾਨੀ ਅੰਬਾਨੀ ਫਾਰਮ, ਫਲਾਣਾ ਫਾਰਮ, ਉੱਥੇ ਇਹਨਾਂ ਦੇ ਬੋਰਡ ਲੱਗੇ ਹੋਣਗੇ। ਉਦੋਂ ਬਾਅਦ 'ਚ ਕੀ ਕਰਨਗੇ? 2-3 ਸਾਲੇ ਸਾਨੂੰ ਕਹਿਣਗੇ ਵੀ ਸਾਡੀਆਂ ਮਰਜ਼ੀ ਦੀਆਂ ਫਸਲਾਂ ਬੀਜੋ, ਚਲੋ ਦੇ ਦੇਣਗੇ। ਉਦੋਂ ਬਾਅਦ 'ਚ ਜਦੋਂ ਸਾਡੀ ਇਹਨਾਂ ਨਾਲ ਤਕਰਾਰ ਸ਼ੁਰੂ ਹੋ ਗਈ, ਤਕਰਾਰ ਕਿਵੇਂ ਸ਼ੁਰੂ ਹੋਊਗੀ? ਬਿੱਲ ਦੇ ਵਿੱਚ ਲਿਖੇ ਹੋਏ ਨੇ ਵੀ ਜੇ ਆਹ ਚੀਜ਼ ਇੰਨੀ ਪਰਫੈਕਟ ਨਾ ਹੋਈ, ਸਾਡੇ ਕਹੇ ਤੋਂ ਤੁਸੀਂ ਯੂਰੀਆ ਖੇਤ 'ਚ ਆਹ ਖਾਦ ਨਾ ਪਾਈ ਤਾਂ ਵੀ ਅਸੀਂ ਕਾਰਵਾਈ ਕਰ ਸਕਦੇ ਹਾਂ, ਸਾਡੇ ਕਹੇ ਤੋਂ ਤੁਸੀਂ ਬੀਜ ਨਾ ਬੀਜਿਆ ਤਾਂ ਵੀ ਅਸੀਂ ਕਾਰਵਾਈ। ਫਿਰ ਇਹ ਸਾਡੇ ਨਾਲ ਅੜਨਗੇ। ਦੇਖੋ ਬਿਲਾਂ ਬੁਲਾਂ ਦਾ ਤਾਂ ਸਿੱਧਾ ਇਹ ਇੱਕ ਫੰਡਾ ਜਿਹਾ ਹੀ ਆ, ਸਿੱਧਾ ਦਾ ਤੌਰ ਤੇ ਇਹਨਾਂ ਨੇ ਸਾਡੀਆਂ ਜ਼ਮੀਨਾਂ ਖੋਹਣੀਆਂ ਨੇ। ਇੱਥੇ ਇਹਨਾਂ ਨੇ ਬਿਲਡਿੰਗਾਂ ਖੜੀਆਂ ਕਰਨੀਆਂ ਨੇ ਚਾਈਨਾ ਦੀ ਤਰਜ਼ ਤੇ, ਵੀ ਚਾਈਨਾ ਤਰੱਕੀ ਕਰ ਰਿਹਾ, ਉਦੋਂ ਦੂਜੇ ਨੰਬਰ ਤੇ ਸਾਡੀ ਕੰਟਰੀ ਆਉਂਦੀ ਹੈ ਵੀ ਅਸੀਂ ਡਿਵੈਲਪਮੈਂਟ ਕਰਨੀ ਹੈ, ਜਿਹੜਾ ਰੂਰਲ ਏਰੀਆ ਨੂੰ ਖਤਮ ਕਰਨਾ ਹੈ। ਵੀ ਜਿੱਥੇ ਸ਼ਹਿਰ ਆ ਗਿਆ, ਇਹ ਸ਼ਹਿਰ ਨੂੰ ਡਿਵੈਲਪਮੈਂਟ ਕਹਿੰਦੇ ਨੇ। ਜਦੋਂ ਸਾਡੇ ਹਿੰਦੁਸਤਾਨ ਦਾ 85% ਏਰੀਆ ਹੀ ਰੂਰਲ ਹੈ, ਕਿਸਾਨਾਂ ਤੇ ਨਿਰਭਰ ਖੇਤੀਬਾੜੀ ਤੇ ਕਰਦਾ, ਤਾਂ ਇਹ ਚੀਜ਼ ਹੋ ਨਹੀਂ ਸਕਦੀ। ਜੇ ਹੋਊਗੀ ਵੀ ਚਲੋ ਮੰਨ ਲੈਂਦੇ ਹਾਂ, ਤਰੱਕੀ ਕਰਨ ਦਾ ਅਧਿਕਾਰ ਹਰ ਇੱਕ ਸੂਬੇ ਨੂੰ ਆ। ਹਰ ਇੱਕ ਬੰਦਾ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਬਣਦਾ ਉਹਦੇ ਕੋਲ ਇਹ ਰਾਈਟ ਹੁੰਦਾ ਵੀ ਉਹ ਸੂਬਿਆਂ ਨੂੰ ਨਾਲ ਲੈ ਕੇ ਚੱਲੇ, ਪਰ ਇੱਕ ਤਰੀਕਾ ਹੁੰਦਾ ਬਿੱਲ ਲਾਗੂ ਕਰਨ ਦਾ। ਉਹ ਇੱਥੇ ਪੰਜਾਬ 'ਚ ਕਿੰਨੇ ਬੁੱਧੀਜੀਵੀ, ਕਿੰਨੇ ਰਿਸਰਚਰ ਨੇ ਜਿਹੜੇ ਖੇਤੀ ਤੇ ਰਿਸਰਚ ਕਰ ਰਹੇ ਨੇ। 5-7 ਸਾਲ 'ਚ ਪਾਣੀ ਦਾ ਸਾਡਾ ਵੈਸੇ ਹੀ ਮੁੱਕ ਜਾਣਾ, ਤਾਂ ਉਹਨਾਂ ਨੂੰ ਉੱਥੇ ਉਹ ਬੁਲਾਉਂਦੇ, ਉਹਨਾਂ ਤੋਂ ਸਲਾਹ ਮਸ਼ਵਰਾ ਕਰਦੇ ਵੀ ਅਸੀਂ ਤੁਹਾਨੂੰ ਭਾਈ ਕਿਹੜਾ ਨਵਾਂ ਕਰਨ ਦਈਏ। ਵਿੱਚ ਸਰਕਾਰ ਆਉਂਦੀ, ਸਰਕਾਰ ਵਿੱਚ ਆਉਂਦੀ ਤੇ ਸਾਨੂੰ ਪਹਿਲਾਂ ਕੁਛ ਸਬਸਿਡੀਆਂ ਦਿੰਦੀ, ਕੁਛ ਸਾਨੂੰ ਆ ਜਿਹੜੇ ਸਹਿਕਾਰੀ ਸੁਸਾਇਟੀਆਂ ਬਣਦੀਆਂ ਨੇ ਇੱਥੇ ਸੰਦ ਟਰੈਕਟਰ ਲਿਆ ਕੇ ਦਿੰਦੀ ਵੀ ਹਾਂ ਤੁਸੀਂ ਨਵੇਂ ਤਰੀਕੇ ਦੀ ਖੇਤੀ ਕਰੋ, ਫਿਰ ਤਾਂ ਅਸੀਂ ਸਾਥ ਵੀ ਦਿੰਦੇ। ਇਹ ਕੀ ਗੱਲ ਹੈ ਵੀ ਜੀ ਖੇਤੀ ਕਰਨੀ ਹੁਣ ਤੁਹਾਨੂੰ ਅਡਾਨੀ ਅੰਬਾਨੀ ਉਹਨੇ ਸਿਖਾਉਣਗੇ ਵੀ ਅਸੀਂ ਭੁੱਲੇ ਹੋਏ ਹਾਂ, ਸਾਨੂੰ ਉਹ ਕੀ ਸਿਖਾਉਣਗੇ ਖੇਤੀ ਕਰਨਾ। ਸੋ ਤਾਂ ਕਰਕੇ ਸਿੱਧੇ ਤੌਰ ਤੇ ਉਹਨਾਂ ਦੀ ਇਹ ਨੀਤ 'ਚ ਖੋਟ ਹੈ। ਇੱਕ ਤਾਂ ਨੀਤ 'ਚ ਖੋਟ ਹੈ, ਦੂਜੀ ਗੱਲ ਇਹ ਹੈ ਵੀ ਹੱਥ ਉਹਨਾਂ ਨੇ ਹੁਣ ਪਾਇਆ, ਉਹਨਾਂ ਨੂੰ ਪਤਾ ਟਾਈਮ ਲੱਗਣਾ ਹੈ, ਜੁਝਾਰੂ ਕੌਮ ਹੈ, ਇਹਨੇ ਇੰਨੀ ਛੇਤੀ ਤਾਂ ਸਾਡੇ ਗੁਣੀਆਂ 'ਚ ਆਉਣਾ ਨਹੀਂ। ਜੇ ਅੱਜ ਸ਼ੁਰੂ ਕਰਾਂਗੇ ਤਾਂ ਕਿਤੇ ਜਾ ਕੇ 5 ਸਾਲ ਨੂੰ 6 ਸਾਲ ਨੂੰ ਜਿੱਤ ਪ੍ਰਾਪਤ ਹੋਊਗੀ, ਪਰ ਇਹ ਅਸੀਂ ਹੋਣ ਨਹੀਂ ਦੇਣੀ। ਤੁਹਾਡੀ ਚੁੱਪ 'ਚ ਇੰਨੀ ਤਾਕਤ ਹੈ, ਇਹਨਾਂ ਧਰਨਿਆਂ 'ਚ ਇੰਨੀ ਤਾਕਤ ਹੈ, ਉੱਥੇ ਉਹ ਲੋਕ ਬੌਂਦਲੇ ਹੋਏ ਨੇ, ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਤੇ ਕਰੀਏ ਤਾਂ ਹੁਣ ਕਰੀਏ ਕੀ। ਜਥੇਬੰਦੀਆਂ ਗਈਆਂ ਨੇ, ਮੈਂ ਬਹੁਤ ਸ਼ਲਾਘਾ ਕਰਦਾ ਜਥੇਬੰਦੀਆਂ ਦੀ, ਉਹ ਗਈਆਂ ਨੇ, ਉਹਨਾਂ ਨੇ ਆਪਣੀ ਗੱਲ ਰੱਖੀ ਉੱਥੇ ਤੇ ਉਹਨਾਂ ਨੇ ਨਹੀਂ ਮੰਨੀ, ਅਗਲੇ ਆ ਗਏ ਉੱਥੇ ਮੀਡੀਆ ਨਾਲ ਲੈ ਕੇ ਗਏ ਆ, ਮੁਰਦਾਬਾਦ ਦੇ ਨਾਅਰੇ ਲਾ ਕੇ ਆਏ ਆ, ਚੰਗਾ ਜਲੂਸ ਕੱਢ ਕੇ ਆਏ ਆ, ਤੇ ਨਾਲ ਇਹ ਵੀ ਕਹਿ ਕੇ ਆਏ ਆ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ, ਤੇ ਕਰ ਵੀ ਦਿੱਤਾ।
ਕੱਲ ਨੂੰ ਹੁਣ ਕੈਬਨਿਟ ਦੀ ਮੀਟਿੰਗ ਹੈ, ਮੈਂ ਆਸ ਕਰਦਾ ਪੰਜਾਬ ਸਰਕਾਰ ਤੋਂ, ਜੇ ਉਹ ਕਿਸਾਨਾਂ ਦੀ ਹਿਤੈਸ਼ੀ ਹੈ, ਜੇ ਉਹ ਸਾਡੇ ਨਾਲ ਆ ਤਾਂ 2-3 ਐਸੇ ਮਤੇ ਪਾਵੇ ਜਿਹੜੇ ਉਹ ਸਾਡੇ ਹੱਕ 'ਚ ਹੋਣ। ਪਹਿਲਾ ਮਤਾ ਤਾਂ ਇਹ ਪਾਵੇ ਵੀ ਇਹਨਾਂ ਕਾਨੂੰਨਾਂ ਦੇ ਨੂੰ ਰੱਦ ਕਰਕੇ ਭੇਜ ਦੇਵੇ, ਵੀ ਨਾ ਪੰਜਾਬ ਇਹਨਾਂ ਨੂੰ ਅੱਜ ਮੰਨੇ ਨਾ ਕੱਲ ਨੂੰ ਮੰਨੇ। ਦੂਜਾ ਇਹ ਪਾਵੇ ਵੀ MSP ਤਾਂ ਇੱਕ ਵੱਡਾ ਮੁੱਦਾ ਹੈ ਹੀ ਆ, ਪਰ MSP ਤੋਂ ਥੱਲੇ ਜਿਹੜਾ ਚੱਕਦਾ ਉਹਨੂੰ ਕਾਨੂੰਨੀ ਤੌਰ ਤੇ 10 ਸਾਲ ਦੀ ਸਜ਼ਾ, ਤੇ ਉਹਨੂੰ ਜਿੰਨੀ ਜਿਹੜੇ ਏਰੀਆ 'ਚ ਜਿੰਨਾ ਕਿ ਜਿਹੜੇ ਹਿਸਾਬ ਨਾਲ ਬੰਦਾ ਉਹਨਾਂ ਕੁ ਉਹਨੂੰ ਪੈਸੇ 'ਚ ਵੀ ਜੁਰਮਾਨਾ ਪੈਣਾ ਚਾਹੀਦਾ। ਗੱਲ ਸਾਡੇ ਪਾਣੀਆਂ ਦੀ ਹੋਵੇ, ਚਲੋ ਇਹ ਤਾਂ ਲੰਬੀਆਂ ਗੱਲਾਂ ਨੇ, ਪਰ 2-3 ਚੀਜ਼ਾਂ ਸਾਡੀਆਂ ਇਹੀ ਸਰਕਾਰ ਕਰ ਦੇਵੇ ਤਾਂ ਅਸੀਂ ਸਰਕਾਰ ਦਾ ਬਹੁਤ ਸਮਰਥਨ ਕਰਾਂਗੇ ਜੇ ਸਾਡੇ ਹੱਕ 'ਚ ਆ ਜਾਵੇ ਪਰ ਕਿਉਂਕਿ ਚੁਣੀ ਹੋਈ ਸਾਡੀ ਹੈ ਤਾਂ ਉਹਦਾ ਫਰਜ਼ ਬਣਦਾ ਸਾਡੇ ਲਈ ਕੰਮ ਕਰਨਾ। ਹੁਣ ਕੀ ਹੋ ਗਿਆ, ਧਰਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਨੇ, ਸਾਰਾ ਕੁਝ ਵਧੀਆ ਚੱਲ ਰਿਹਾ, ਠੀਕ ਹੈ। ਮਾੜਾ ਮੋਟਾ ਜਿਹੜੇ ਸਰਕਾਰਾਂ ਦੇ ਵਿੱਚ ਏਜੰਸੀਆਂ ਕੰਮ ਕਰਦੀਆਂ ਨੇ, ਇਹਨਾਂ ਨੇ ਅੱਗੇ ਇਹਨਾਂ ਦੀ ਵੀ ਡਿਊਟੀ ਹੁੰਦੀ ਹੈ, ਪਹੁੰਚਾਉਣੀ ਹੁੰਦੀ ਹੈ ਗੱਲ, ਦੇਖਦੇ ਆ ਵੀ ਅੱਛਾ ਆਹ ਮੁੰਡਾ ਐਕਟਿਵ ਹੋਇਆ ਫਲਾਣੇ 'ਚ ਫਲਾਣੀ ਜਥੇਬੰਦੀ ਐਕਟਿਵ ਹੈ ਪਿੰਡ 'ਚ, ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੀਏ। ਹੋ ਵੀ ਰਿਹਾ ਸਾਡੇ ਨਾਲ ਇੱਦਾਂ, ਡੇਲੀ ਬੇਸਿਸ ਤੇ ਬਹੁਤ ਸਾਨੂੰ ਸੁਨੇਹੇ ਲੱਗਦੇ ਆ ਵੀ ਭਾਈ ਤੁਸੀਂ ਬਹਿ ਜਾਓ ਘਰੇ, ਪਰ ਸਾਨੂੰ ਲੱਗਦਾ ਜੇ ਅਸੀਂ ਅੱਜ ਘਰੇ ਬਹਿ ਗਏ ਤਾਂ ਗੱਲ ਉਹੀ ਹੈ ਵੀ ਇਤਿਹਾਸ ਯਾਦ ਰੱਖਦਾ ਜਿਹੜਾ ਬੰਦਾ ਲੜ ਕੇ ਮਰਦਾ, ਹਾਂ ਦਾ ਨਾਰਾ ਮਾਰਦਾ। ਜੇ ਘਰੇ ਬੈਠੇ ਹੀ ਮਰ ਗਏ ਤਾਂ ਫਿਰ ਕੀ ਇਤਿਹਾਸ ਨੇ ਯਾਦ ਰੱਖਣਾ। ਤਾਂ ਸਾਡਾ ਇਹ ਫਰਜ਼ ਹੈ, ਨਾ ਅਸੀਂ ਪਿੱਛੇ ਅੱਜ ਹਟਾਂਗੇ ਤੇ ਨਾ ਕੱਲ ਨੂੰ ਹਟਾਂਗੇ। ਜਿੱਥੇ ਤੱਕ ਇਹ ਘੋਲ ਜਾਊਗਾ, ਜਿਵੇਂ ਵੀ ਜਾਊਗਾ ਉਵੇਂ ਇਹਦੇ ਨਾਲ ਜਾਵਾਂਗੇ। ਹੁਣ ਦੂਜੀ ਗੱਲ ਇਹ ਹੈ, ਵਾਰ-ਵਾਰ ਜਿਹੜੀ ਮੈਂ ਗੱਲ ਕਹਿਣਾ, ਸੁਚੇਤ ਹੋਣ ਦੀ ਆਪਾਂ ਨੂੰ ਕਿੱਥੇ ਲੋੜ ਹੈ। ਹੁਣ ਜਿਹੜੇ ਬੰਦੇ ਵਿੱਚ ਵੜਨਗੇ ਇਸ ਘੋਲ ਨੂੰ ਖਰਾਬ ਕਰਨ ਵਾਲੇ, ਵੜ ਵੀ ਗਏ, ਹੁਣ ਜ਼ੋਰ ਉਹਨਾਂ ਨੇ ਵੀ ਉੱਧਰੋਂ ਲਾਉਣਾ ਕਿਉਂਕਿ ਵਾਹ ਤਾਂ ਉਹਨਾਂ ਦੀ ਚੱਲਦੀ ਨਹੀਂ ਸਿੱਧੇ ਤੌਰ ਤੇ। ਹੁਣ ਉਹ ਸਾਡੇ ਵਿੱਚ ਬੰਦੇ ਵਾੜਨਗੇ ਜਿਹੜੇ ਹੁੱਲੜਬਾਜ਼ੀ ਕਰਨਗੇ। ਦੇਖੋ ਇੱਕ ਗੱਲ ਕਲੀਅਰ ਹੈ, ਜਿਹੜਾ ਬੰਦਾ ਹਿੰਸਕ ਹੈ ਉਹ ਸਾਡੇ ਇਸ ਧਰਨੇ ਦਾ ਹਿੱਸਾ ਨਹੀਂ ਹੈਗਾ। ਜੇ ਅਸੀਂ ਹਿੰਸਕ ਹੁੰਦੇ, ਅਸੀਂ 20,000 ਬੰਦਾ ਸ਼ੰਭੂ ਤੇ ਇਕੱਠੇ ਹੋਏ ਸੀ, ਜੇ ਅਸੀਂ ਵੱਢ ਕੱਟ ਕਰਨੀ ਹੁੰਦੀ ਤਾਂ ਅਸੀਂ ਉਦੋਂ ਹੀ ਕਰ ਦਿੰਦੇ। ਉੱਥੇ 1.5 ਮਹੀਨਾ ਹੋ ਗਿਆ, ਅਸੀਂ ਕੁਛ ਨਹੀਂ ਕੀਤਾ। ਜਿੰਨੇ ਕਹਾ ਹਮਲੇ ਕਰਾਏ ਨੇ ਇਹ ਇਹਨਾਂ ਨੇ ਆਪ ਹੀ ਕਰਾਏ ਨੇ, ਬੰਦੇ ਵਿੱਚ ਵੜ ਕੇ ਆਪਣੇ। ਜੇ ਅਸੀਂ ਲੜਨਾ ਹੁੰਦਾ ਤਾਂ ਅਸੀਂ ਤਾਂ ਕੱਦੀ ਡਾਂਗਾਂ ਚੱਕ ਲੈਂਦੇ। ਸੋ ਅਸੀਂ ਲੜਾਈ ਸ਼ਾਂਤਮਈ ਤਰੀਕੇ ਨਾਲ ਲੜਾਂਗੇ ਤੇ ਜਿੱਤਾਂਗੇ, ਤੇ ਸਾਡੀ ਜਿੱਤ ਵੀ ਯਕੀਨਨ ਹੈ ਹੋਊਗੀ। ਉਹਨਾਂ ਤੇ ਪ੍ਰੈਸ਼ਰ ਬਹੁਤ ਹੈ। ਅੱਜ ਤੱਕ ਨਹੀਂ ਉਹਨਾਂ ਨੇ ਕਦੇ ਪੰਜਾਬੀ 'ਚ ਟਵੀਟ ਕੀਤਾ, 3 ਵਾਰੀ ਉਹ ਇੱਕ ਬਿੱਲ ਤੇ ਕਦੇ ਨਹੀਂ ਬੋਲੇ। ਮੋਦੀ ਜੀ ਹਰੇਕ ਵਾਰੀ ਆ ਕੇ ਕਹਿੰਦੇ ਆ, ਆਪਦੇ ਮੰਤਰੀ ਵੀ ਭੇਜਦੇ ਆ ਉੱਥੋਂ ਵੀ ਜਾ ਕੇ ਤੁਸੀਂ ਸਮਝਾਓ, ਤੇ ਉਹਨਾਂ ਨੂੰ ਜਿਹੜਾ ਮਾਣ ਤਾਣ ਪੰਜਾਬ ਦੇ ਰਿਹਾ ਉਹਨਾਂ ਕੋ ਉਹਨਾਂ ਦਾ ਬਣਦਾ ਵੀ ਹੈ ਤੇ ਦੇਣਾ ਚਾਹੀਦਾ ਵੀ ਹੈ। ਚਲੋ ਜਿਹੜੇ ਦਿੱਲੀ ਤੋਂ ਆਉਂਦੇ ਨੇ ਉਹ ਤਾਂ ਮੈਂ ਮੰਨਦਾ ਵੀ ਠੀਕ ਹੈ, ਪਰ ਜਿਹੜੇ ਪੰਜਾਬ ਵਾਲੇ ਨੇ ਉਹ ਕਹੀ ਜਾਂਦੇ ਨੇ ਇਹ ਬਿੱਲ ਬਹੁਤ ਵਧੀਆ ਨੇ, ਇਹ ਐਦਾਂ ਉਹਨਾਂ ਦਾ ਨਾ ਕੋਈ ਖੇਤੀ ਨਾਲ ਲੈਣਾ, ਨਾ ਕੋਈ ਦੇਣਾ, ਨਾ ਕੋਈ ਵਾਸਤਾ, ਬਸ ਉਹੀ ਇੱਕ ਨਹੀਂ ਹੁੰਦਾ ਵੀ ਪੋਚੇ ਪਾਲਸ਼ਾਂ ਵਾਲਾ ਕੰਮ ਹੈ ਵੀ ਬਹੁਤ ਵਧੀਆ, ਜਿੱਧਰ ਨੂੰ ਚੱਲ ਪਿਆ ਭੇਡਾਂ ਵਾਲਾ ਕੰਮ ਵੀ ਇੱਧਰ ਨੂੰ ਚੱਲ ਪਿਆ ਤਾਂ ਹੁਣ ਇੱਧਰ ਨੂੰ ਜਾਈ ਜਾਣਾ। ਵੀ ਤੁਸੀਂ ਪੰਜਾਬ 'ਚ ਯਾਰ ਵਿਚਰਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਅੱਜ ਕਿਹੜਿਆਂ ਹਾਲਾਤਾਂ 'ਤੇ ਖੜਾ, ਇਹ ਸੂਬਾ ਕਿੱਥੇ ਖੜਾ। ਅੱਜ ਖੇਤੀ ਅਸੀਂ ਕਰਦੇ ਹਾਂ, ਪਰ ਮੈਨੂੰ ਇੱਕ ਬੰਦਾ ਖੜਾ ਹੋ ਕੇ ਦੱਸ ਦੇਵੇ ਵੀ ਕਿਹੜਾ 25 ਲੱਖ ਰੁਪਇਆ ਕਮਾਉਂਦਾ ਖੇਤੀ 'ਚੋਂ। ਆਈ ਚਲਾਈ ਚੱਲਦੀ ਹੈ ਸਾਡੀ, ਹੁਣ ਆਈ ਚਲਾਈ ਵੀ ਨਹੀਂ ਕਰਨ ਦਿੰਦੇ। ਉਹ ਵੀ ਹੁਣ ਕਹੀ ਜਾਂਦੇ ਨੇ ਅਸੀਂ ਕਰਕੇ ਦੇਵਾਂਗੇ, ਐਂ ਕਰਕੇ ਦੇਵਾਂਗੇ। 2 ਕਰੋੜ ਨੌਕਰੀ ਦਾ ਵਾਅਦਾ ਸਾਡੇ ਤਾਂ, ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੂੰ ਮਿਲੀ ਹੈ। 15 ਲੱਖ ਦਾ ਵਾਅਦਾ ਤੁਹਾਡੇ ਖਾਤੇ 'ਚ ਆਊਗਾ, ਕੱਖ ਨਹੀਂ ਆਇਆ। GST ਹੈ ਜਿਹੜਾ ਉੱਤੋਂ, ਉਹ ਪੰਜਾਬ ਦਾ ਰੋਕਿਆ ਹੋਇਆ, ਉਹ ਨਹੀਂ ਦਿੰਦੇ। ਇਹ ਚੀਜ਼ਾਂ ਬਾਈ ਤੁਸੀਂ ਪੜ੍ਹਿਆ ਕਰੋ। ਤੁਸੀਂ ਬਹੁਤ 4-4 GB ਡਾਟਾ, 5-5 GB ਡਾਟਾ ਪਵਾਉਨੇ ਹੋ, ਇਹਨਾਂ ਚੀਜ਼ਾਂ ਦੀ ਗੌਰ ਰੱਖਿਆ ਕਰੋ ਕਿਉਂਕਿ ਤੁਹਾਡਾ ਫਿਊਚਰ ਹੈ। ਤੁਹਾਡਾ ਵੀ ਇਹ 'ਚ ਕੋਈ ਕਸੂਰ ਨਹੀਂ। ਏਜੰਸੀਆਂ ਨੇ ਸਿਸਟਮ ਹੀ ਐਸਾ ਪੈਦਾ ਕਰਤਾ, ਜਿਹੜੀਆਂ ਇਹ ਟਿਕਟੋਕਾਂ ਚਲਾਤੀਆਂ ਜਾਂ ਜਿਹੜੀਆਂ ਇਹ ਚੀਜ਼ਾਂ ਬਣਾਤੀਆਂ ਵੀ ਤੁਹਾਡੇ ਮੁੱਦਿਆਂ ਤੇ ਧਿਆਨ ਹੀ ਨਾ ਰਹੇ, ਤੁਹਾਡਾ ਧਿਆਨ ਹੀ ਭਟਕ ਜੇ। ਤੁਹਾਨੂੰ ਕਿਤਾਬਾਂ 'ਚ ਨਹੀਂ ਪਤਾ, 10 ਗੁਰੂਆਂ ਦੇ ਨਾਂ ਨਹੀਂ ਪਤਾ, ਸਾਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ। ਕਿਤਾਬਾਂ 'ਚੋਂ ਸਿੱਖੀ ਚੱਕਤੀ, ਸਾਡੇ ਜਿਹੜੇ ਸਾਡੇ ਸੂਰਵੀਰ ਯੋਧੇ ਸੀ ਉਹਨਾਂ ਦੇ ਨਾਂ ਕੱਢਤੇ, ਸਾਰਾ ਉਹੀ ਥੋਪੀ ਜਾਂਦੇ ਨੇ, ਫਲਾਣਾ ਜੀ ਢਮਕਾਣਾ ਜੀ, ਜਿਹਦਾ ਸਾਡੇ ਨਾਲ ਕੋਈ ਵਾਸਤਾ ਹੀ ਨਹੀਂ। ਯੂਰਪ ਦਾ ਇਤਿਹਾਸ ਅੱਜ ਅੰਗਰੇਜ਼ੀ ਸਕੂਲਾਂ 'ਚ ਆਪਾਂ ਪੜ੍ਹਦੇ ਹਾਂ, ਸਾਡੇ ਵੀ ਜਵਾਕ ਪੜ੍ਹਦੇ ਆ। A to Z ਹਿਸਟਰੀ ਉਹਨਾਂ ਨੂੰ ਯੂਰਪ ਦੀ ਪੜ੍ਹਾਉਂਦੇ ਆ। ਅਸੀਂ ਕੀ ਲੈਣਾ ਉਹਨਾਂ ਤੋਂ? ਅਸੀਂ ਕੀ ਲੈਣਾ ਉਹਨਾਂ ਤੋਂ? ਸਾਨੂੰ ਜਦ ਇਹੀ ਨਹੀਂ ਪਤਾ ਵੀ ਭਗਤ ਸਿੰਘ ਕੌਣ ਸੀ, ਸਾਨੂੰ ਜਦ ਇਹੀ ਨਹੀਂ ਪਤਾ ਊਧਮ ਸਿੰਘ ਕੌਣ ਸੀ, ਫਿਰ ਅਸੀਂ ਉਸ ਇਤਿਹਾਸ ਤੋਂ ਕੀ ਲੈਣਾ? ਸਾਡੀ ਦੌੜ ਸਿਰਫ ਉੱਥੇ ਤੱਕ ਹੀ ਹੈ ਵੀ ਸਾਡਾ ਨਿਆਣਾ ਅੰਗਰੇਜ਼ੀ ਬੋਲੇ। ਮੈਂ ਇੱਥੇ ਕੋਈ ਜਵਾਕ ਦੇਖ ਲਵੇ, ਕੋਈ 7-8 ਸਾਲ ਦਾ ਬੱਚਾ ਆਵੇ ਜਿਹੜਾ ਮੈਨੂੰ 50 ਤੱਕ ਗਿਣਤੀ ਸੁਣਾ ਦੇਵੇ, 1 ਤੋਂ ਲੈ ਕੇ ਪੰਜਾਬੀ 'ਚ ਨਹੀਂ ਆਉਂਦੀ। ਇਹ ਦੁਖਾਂਤ ਹੈ। ਆਪਾਂ ਕਹਿ ਦਿੰਦੇ ਆ ਵੀ ਚੱਲ ਪੰਜਾਬੀ ਬੋਲਣੀ ਤਾਂ ਆਉਂਦੀ, ਪੰਜਾਬੀ ਬੋਲਣੀ ਤਾਂ ਆਊਗੀ ਨਾ, ਚਾਹੇ ਪੜ੍ਹੀਏ ਚਾਹੇ ਨਾ ਪੜ੍ਹੀਏ, ਅਨਪੜ੍ਹ ਨੂੰ ਵੀ ਆਊਗੀ।
ਪਰ ਸਕੂਲ 'ਚ ਆਪਾਂ ਭੇਜਦੇ ਹਾਂ ਜਵਾਕ ਨੂੰ ਤਾਂ ਕਿਸੇ ਉੱਥੇ ਫਰਜ਼ ਹੁੰਦੇ ਨੇ, ਉਹਦਾ ਇਹ ਹੈ ਵੀ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਵੇ। ਸੋ ਇਹਨਾਂ ਚੀਜ਼ਾਂ ਤੇ ਏਜੰਸੀਆਂ ਵਰਕ ਕਰਦੀਆਂ ਨੇ ਵੀ ਕਿਵੇਂ ਜਵਾਨੀ ਨੂੰ ਕਰਾਹੇ ਪਾ ਦਈਏ। ਇਹ ਨੌਜਵਾਨਾਂ ਤੇ ਵੀ, ਗਾਉਣੇ ਵਾਲਿਆਂ ਤੇ ਬਹੁਤ ਵੱਡਾ ਧੱਬਾ ਲੱਗਦਾ। ਇੱਥੇ ਬਹੁਤ ਨੌਜਵਾਨ ਵੀਰ ਖੜੇ ਨੇ, ਬਜ਼ੁਰਗ ਵੀ ਬੈਠੇ ਨੇ। ਪਹਿਲਾਂ ਵੀ ਇਹ ਗਾਇਕੀ ਇਦਾਂ ਹੀ ਚੱਲਦੀ ਸੀ, ਅੱਜ ਨਹੀਂ ਇਹ ਹੋਇਆ ਵੀ ਆ ਕੇ ਅੱਜ ਹਥਿਆਰਾਂ ਵਾਲੇ ਗਾਣੇ ਚੱਲਣ ਲੱਗੇ ਜਾਂ ਤੁਸੀਂ ਕਹਿਤਾ ਲੱਚਰ ਗਾਇਕੀ ਚੱਲਣ ਲੱਗੀ। ਨਹੀਂ, ਇਹ ਝੂਠ ਹੈ। ਅੱਜ ਮੀਡੀਆ ਉੱਤੇ ਆ ਗਿਆ ਤਾਂ ਕਰਕੇ ਇਹ ਚੀਜ਼ਾਂ ਪ੍ਰਮੋਟ ਹੋ ਗਈਆਂ। ਮਾਨਕ ਸਾਹਿਬ ਨੇ, ਸਦੀਕ ਸਾਹਿਬ ਨੇ, ਜਮਲਾ ਜੱਟ ਨੇ ਕੀ ਨਹੀਂ ਗਾਇਆ। ਸਾਡੇ ਨਾਲੋਂ ਵੀ ਗਾਣੇ ਚੱਕਵੇਂ, ਜਿਹਨੂੰ ਮੈਂ ਪੰਜਾਬੀ 'ਚ ਕਹਿ ਦੇਵਾਂ, ਇਹੋ ਜਿਹੇ ਗਾਏ ਨੇ। ਪਰ ਉੱਥੇ ਇਹ ਸੀ ਪ੍ਰੋਬਲਮ ਕੀ ਆਈ ਸੀ, ਮੈਂ ਉੱਥੇ ਵੀ ਬੈਠਾ ਹੀ ਗੱਲ ਕਰਦਾ ਸੀ ਵੀ ਬਾਬਿਆਂ ਨੇ ਉਦੋਂ ਇਹ ਸੀ ਵੀ ਜਿਹਦਾ ਗਾਣਾ ਚੰਗਾ ਲੱਗਿਆ ਸੁਣ ਲਿਆ, ਜਿਹਦਾ ਨਹੀਂ ਲੱਗਿਆ ਉਹਨੂੰ ਅੱਗੇ ਕਰਤਾ। ਹੁਣ ਪ੍ਰੋਬਲਮ ਕੀ ਹੋਣ ਲੱਗੀ, ਹੁਣ ਅਸੀਂ ਗਾਉਣੇ ਵਾਲਿਆਂ ਨੂੰ ਰੋਲ ਮਾਡਲ ਮੰਨਣ ਲੱਗੇ ਆਪਣਾ, ਵੀ ਇਹ ਸਾਡਾ ਸਾਰਾ ਕੁਝ ਇਹੀ ਆ, ਰੋਲ ਮਾਡਲ ਹੈ, ਬਸ ਤਾਂ ਐਂ ਕਰਾਂਗੇ ਜਿਵੇਂ ਇਹ ਕਰੂਗਾ। ਅਗਲਾ ਤਾਂ 4 ਲੱਖ ਰੁਪਈਆ ਲੈ ਕੇ 5 ਉਹ ਜਾਂਦਾ ਕੰਪਨੀ 'ਚ ਗਾਣਾ ਵੇਚ ਕੇ, ਤੁਹਾਡਾ ਦੱਸੋ ਉਹਦੇ ਨਾਲ ਕੀ ਫਾਇਦਾ ਹੋ ਜਾਂਦਾ। ਗਾਣਾ ਸੁਣੋ, ਅੱਗੇ ਕੱਢ ਦਿਓ, ਠੀਕ ਆ। ਬਦਨਾਮ ਕੀਤਾ। ਅੱਜ ਇਹਦੇ ਇੱਕ ਇਹ ਨੈਗੇਟਿਵ ਪੱਖ ਆ ਜਿਹੜਾ ਤੁਹਾਡੇ ਤੇ ਪਿਆ। ਪੋਜ਼ਿਟਿਵ ਪੱਖ ਇਹਦਾ ਕੀ ਆ ਜਿਹੜਾ ਤੁਸੀਂ ਫੋਲੋ ਕੀਤਾ ਕਲਾਕਾਰਾਂ ਨੂੰ। ਅੱਜ ਕਲਾਕਾਰਾਂ ਨੇ ਸੜਕ ਤੇ ਆਏ ਨੇ, ਇਸ ਲਹਿਰ ਦਾ ਹਿੱਸਾ ਬਣੇ ਨੇ, ਉਹਨਾਂ ਨੇ ਤੁਹਾਨੂੰ ਇੱਕ ਆਵਾਜ਼ ਦਿੱਤੀ ਹੈ ਵੀ ਆ ਕੇ ਸਾਡੇ ਨਾਲ ਜੁੜੋ। ਤੁਸੀਂ ਅੱਧੀ ਆਵਾਜ਼ ਤੇ ਆਏ ਹੋ। ਅੱਜ ਬੜੀਆਂ ਲਹਿਰਾਂ ਉੱਠੀਆਂ ਨੇ, ਬਜ਼ੁਰਗਾਂ ਨੇ ਬਹੁਤ ਕੁਝ ਹੰਢਾਇਆ, ਪਰ ਇਹ ਜਿਹੜੀ ਲਹਿਰ ਹੈ ਇਹਦਾ ਇੱਕ ਵੱਖਰਾ ਹੀ ਇੱਕ ਰੂਪ ਹੈ, ਵੱਖਰਾ ਹੀ ਇੱਕ ਢੰਗ ਹੈ। ਇਹਦੇ ਨਾਲ ਨੌਜਵਾਨੀ ਐਡੇ ਵੱਡੇ ਪੱਧਰ ਨਾਲ ਜੁੜੀ ਹੈ ਵੀ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ। ਹੁਣ ਬਸ ਤੁਸੀਂ ਲਾਮਬੰਦੀ ਉਸ ਤਰੀਕੇ ਨਾਲ ਕਰਨੀ ਹੈ ਵੀ ਸਾਨੂੰ ਪਤਾ ਸਾਡੀ ਫਸਲ ਵੀ ਆ ਗਈ, ਅਸੀਂ ਫਸਲਾਂ ਦੀ ਤਾਂ ਲੜਾਈ ਲੜ ਰਹੇ ਹਾਂ। ਤੁਸੀਂ ਉੱਥੇ ਮੈਂ ਇਹ ਗੱਲ ਕਹੀ ਸੀ ਵੀ ਤੁਸੀਂ ਗਰੁੱਪ ਬਣਾ ਲਓ WhatsApp। ਮੈਂ ਇਹ ਚੀਜ਼ ਉਧਰ ਮਾਨਸਾ ਵੱਲ ਦੇਖ ਕੇ ਆਇਆ, 100 ਮੁੰਡਿਆਂ ਦਾ ਉਹਨਾਂ ਨੇ ਗਰੁੱਪ ਬਣਾ ਲਿਆ ਵੀ ਇੱਕ ਪਿੰਡ 'ਚੋਂ 5 ਬੰਦੇ ਆਉਣਗੇ ਜੀ, ਤੇ 10 ਪਿੰਡਾਂ 'ਚੋਂ 50 ਬੰਦੇ ਆ ਗਏ, ਤੇ ਉਹ ਆਪਦਾ ਪੰਪ ਰੋਕਣਗੇ ਜਾਂ ਜਿੱਥੇ ਵੀ ਜਥੇਬੰਦੀਆਂ ਡਿਊਟੀ ਲਾਉਣਗੀਆਂ ਉੱਥੇ ਆਉਣਗੀਆਂ। ਉਹਦੇ ਨਾਲ ਇਹ ਹੋਊਗਾ ਇੱਕ ਤਾਂ ਰੋਜ਼ ਆਉਣ ਤੋਂ ਬਚਾਅ ਹੋ ਜਾਊਗਾ, ਦੂਜਾ ਇਹ ਹੋ ਜਾਊਗਾ ਵੀ ਜਿਹੜੇ ਸਾਡੇ ਕੰਮਕਾਰ ਕਰਨ ਵਾਲੇ ਨੇ ਅਸੀਂ ਉਹ ਕਰ ਲਾਂਗੇ। ਪਰ ਜੇ ਆਪਾਂ ਕਹਿ ਦਈਏ ਵੀ ਇਸ ਸੰਘਰਸ਼ ਨੂੰ ਬੜੇ ਵੀਰ ਕਹਿਣ ਲੱਗੇ ਵੀ ਗਾਉਣੇ ਵਾਲਿਆਂ ਨੇ ਹੁਣ ਘਰੇ ਬਹਿ ਜਾਣਾ ਤੇ ਇਦੋਂ ਬਾਅਦ 'ਚ ਬਸ ਠੀਕ ਹੈ, ਸਾਡੇ ਵੀ ਅੱਗੇ ਵਿਆਹ ਚੱਲ ਪੈਣੇ ਨੇ ਵੀ ਦੇਖਾਂਗੇ ਕੀ ਬਣੂਗਾ। ਪਰ ਜੇ ਆਪਾਂ ਇਹ ਸੋਚ ਆਪਦੇ ਦਿਮਾਗ 'ਚ ਫਿੱਟ ਕਰ ਲਈ, ਫਿਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ, ਫਿਰ ਅਸੀਂ ਆਪਣੇ ਟੀਚੇ ਤੱਕ ਨਹੀਂ ਪਹੁੰਚ ਸਕਦੇ। ਅੱਜ ਇਹ ਮੁੱਦਾ ਬਹੁਤ ਸੀਰੀਅਸ ਹੈ। ਅੱਜ ਇਹ ਮੁੱਦਾ ਇੱਥੇ ਤੱਕ ਆਪਾਂ ਸੀਮਤ ਨਾ ਕਰ ਦਈਏ ਵੀ ਕੋਈ ਗਾਉਣੇ ਵਾਲਾ ਆਇਆ, ਉਹਦੇ ਨਾਲ ਫੋਟੋਆਂ ਕਰਾਈਆਂ ਤੇ ਉਦੋਂ ਬਾਅਦ 'ਚ ਘਰੇ ਜਾ ਬੜੇ। ਬਜ਼ੁਰਗਾਂ ਦੀ ਸਾਡੀ ਇਸੇ ਗੱਲ ਤੇ ਬਹਿਸ ਹੋ ਜਾਂਦੀ। ਉਹ ਕਹਿੰਦਾ ਯਾਰ ਤੁਸੀਂ ਆਉਨੇ ਹੋ, ਬਹੁਤਿਆਂ ਮੰਚਾਂ ਤੇ ਮੈਕ ਨਹੀਂ ਦਿੱਤਾ ਜਾਂਦਾ ਗਾਉਣੇ ਵਾਲਿਆਂ ਨੂੰ। ਉਹ ਕਿਉਂ ਨਹੀਂ ਦਿੱਤਾ ਜਾਂਦਾ? ਉਹਦਾ ਇਹੀ ਕਾਰਨ ਹੈ। ਉਹ ਕਹਿੰਦਾ ਯਾਰ ਤੁਸੀਂ ਤਾਂ ਆਉਣਾ ਹੁੰਦਾ 10 ਮਿੰਟ ਵਾਸਤੇ ਆਉਨੇ ਹੋ, ਗੱਲਾਂ ਕੀਤੀਆਂ 4 ਇੱਧਰ ਦੀਆਂ ਉੱਧਰ ਦੀਆਂ, ਜਾ ਬੜੇ, ਤੁਹਾਨੂੰ ਜਿੰਨੇ ਕੁ ਸੁਣਨ ਆਉਂਦੇ ਨੇ ਉਦੋਂ ਬਾਅਦ ਤੁਸੀਂ ਗਏ, ਤੁਹਾਡੇ ਨਾਲੋਂ ਪਹਿਲਾਂ ਉਹ ਚਲੇ ਜਾਂਦੇ ਨੇ। ਇਹ ਸੱਚ ਵੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਇੱਥੇ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀਰੇ, ਜਿਹੜੀਆਂ ਦਰੀਆਂ ਤੇ ਸਾਡੇ ਬਜ਼ੁਰਗ ਬੈਠੇ ਨੇ ਉੱਥੇ ਤੁਹਾਨੂੰ ਬਹਿਣਾ ਚਾਹੀਦਾ। ਇਹਦਾ ਆਪਣੇ ਕੋਲ ਗੇੜਾ ਮਾਰਨ ਆਉਣ, ਚਾਹ ਪਾਣੀ ਲੈ ਕੇ ਆਉਣ। ਕਿਉਂਕਿ ਇਹ ਲੜਾਈ ਆਪਣੀ ਆ। ਇਹ ਜ਼ਮੀਨਾਂ ਸਾਨੂੰ ਇਹਨਾਂ ਨੇ ਦੇ ਕੇ ਜਾਣੀਆਂ ਨੇ, ਤਾਂ ਕਿਤੇ ਜਾ ਕੇ ਅੱਗੇ ਨੌਕਰੀਆਂ ਤਾਂ ਤੁਹਾਨੂੰ ਮਿਲਣੀਆਂ ਨੇ। ਇਹ ਤਾਂ ਗੱਲ ਕਲੀਅਰ ਹੈ। ਤੁਹਾਡੇ ਕੋਲ ਤਾਂ ਉਹੀ ਟਰੈਕਟਰ ਟਰਾਲੀ ਰਹਿ ਜਾਣਾ, ਜਾਂ ਕੈਨੇਡਾ ਜੇ ਕਿਤੇ ਬਿੱਲ ਲਾਗੂ ਹੋ ਗਿਆ ਫਿਰ ਕੈਨੇਡਾ ਵੀ ਨਹੀਂ ਰਹਿਣਾ। ਕੈਨੇਡਾ ਜਾਣ ਦੀ ਲੋੜ ਕਿਉਂ ਪਈ? ਜੇ ਉਹਦੇ ਤੇ ਚਰਚਾ ਕਰਾਂਗੇ ਉਹ ਬਹੁਤ ਲੰਬਾ ਹੋ ਜਾਣਾ। ਪਰ ਅੱਜ ਜੇ ਤੁਸੀਂ ਜਾਗੇ ਹੋ, ਮੈਂ ਬਸ ਇਹੀ ਬੇਨਤੀ ਕਰਨਾ ਚਾਹੁੰਦਾ, ਬਿੱਲਾਂ ਨੂੰ ਤਾਂ ਰੱਦ ਕਰਾਉਣਾ ਹੀ ਆ ਅਸੀਂ। ਇਹਨਾਂ ਬਿੱਲਾਂ ਦੀਆਂ ਅਸੀਂ ਪੰਜਾਬੀ 'ਚ, ਸ਼ੁੱਧ ਪੰਜਾਬੀ 'ਚ, ਜਿਹੜੀ ਸਾਡੀ ਬੋਲਣ ਵਾਲੀ ਬੋਲੀ ਆ, ਇੱਕ ਕਿਤਾਬੀ ਬੋਲੀ ਹੁੰਦੀ ਹੈ, ਇੱਕ ਸਾਡੀ ਸ਼ੁੱਧ ਬੋਲੀ ਹੁੰਦੀ ਹੈ ਜਿਹੜੀ ਅਸੀਂ ਬੋਲਦੇ ਹਾਂ, ਉਹਦੇ 'ਚ ਅਸੀਂ 1 ਲੱਖ ਕਾਪੀ ਬਿੱਲਾਂ ਦੀ ਪੰਜਾਬੀ 'ਚ ਛਪਵਾਈ ਆ, ਜਿਹੜੀ ਕੱਲ੍ਹ ਤੋਂ ਵੰਡਣੀ ਸ਼ੁਰੂ ਕਰਾਂਗੇ ਅਸੀਂ। ਉਹਨੂੰ ਤੁਸੀਂ ਪੜ੍ਹ ਲਿਓ, ਉਹਦੀ PDF ਫਾਈਲ ਵੀ ਤੁਹਾਡੇ ਤੱਕ ਪਹੁੰਚਦੀ ਕਰ ਦਾਂਗੇ, ਤੇ ਉਹਨੂੰ ਅੱਗੇ ਵੀ ਤੁਸੀਂ ਗਰੁੱਪਾਂ 'ਚ ਸੈਂਡ ਕਰਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਕਿਹੜੀਆਂ ਇਹਨਾਂ ਬਿੱਲਾਂ 'ਚ ਘੁੰਡੀਆਂ ਨੇ। ਚੰਗਿਆਂ ਵਕੀਲਾਂ ਤੋਂ ਬਣਵਾਈ ਹੈ ਵੀ ਕਿਵੇਂ ਇਹਨਾਂ ਨੇ ਸਾਡੇ ਤੇ ਮਾਰੂ ਅਸਰ ਕਰਨਾ। ਸੋ ਜੇ ਕੋਈ ਵੀਰ ਉਹ ਅੱਗੇ ਕਾਪੀਆਂ 500 700 ਬਣਾਉਣੀਆਂ ਵੀ ਚਾਹੁੰਦਾ ਤਾਂ ਆਪਦੇ ਪਿੰਡਾਂ 'ਚ ਜ਼ਰੂਰ ਉਹ ਬਣਾ ਕੇ ਵੰਡੋ। ਜਿਹੜਾ ਬੰਦਾ ਨਹੀਂ ਸਾਡੇ ਨਾਲ ਧਰਨਿਆਂ 'ਚ ਆ ਰਿਹਾ, ਜੇ ਉਹਦੀ ਸੋਚ ਸਾਡੇ ਨਾਲ ਆ ਤਾਂ ਉਹ ਸਾਡੇ ਨਾਲ ਹੀ ਆ। ਆਪਦੀਆਂ ਤੁਸੀਂ ਲਾਮਬੰਦੀ ਉਸ ਤਰੀਕੇ ਨਾਲ ਕਰ ਲਓ ਵੀ ਉਹਨਾਂ ਕੇਂਦਰ ਦੀ ਸਰਕਾਰ ਦਾ ਜਿਹੜਾ ਫਰਮਾਨ ਡਿਕਟੇਟਰਸ਼ਿਪ 'ਚ ਜਾਰੀ ਹੋਇਆ ਵੀ ਅਸੀਂ ਕਰਤਾ ਤਾਂ ਕਰਤਾ, ਆਪਾਂ ਉਹਦਾ ਮੂੰਹ ਤੋੜ ਜਵਾਬ ਦੇ ਸਕੀਏ। ਦੂਜੀ ਗੱਲ ਇਹ ਆ, ਬਹੁਤ ਵੀਰ ਕਹਿੰਦੇ ਨੇ ਆਪਾਂ ਦਿੱਲੀ ਚੱਲੀਏ, ਬਾਈ ਇੱਥੇ ਕੁਛ ਨਹੀਂ ਹੋਣਾ ਦਿੱਲੀ ਜਾ ਕੇ ਵੀ ਕੁਛ ਨਹੀਂ। ਅੱਜ ਦਿੱਲੀ ਨੂੰ ਸਾਡੀ ਲੋੜ ਹੈ, ਸਾਨੂੰ ਦਿੱਲੀ ਦੀ ਲੋੜ ਨਹੀਂ ਹੈਗੀ। ਜਦੋਂ ਸਾਡਾ ਇੱਥੇ ਏਕਾ ਹੋ ਗਿਆ, ਸਾਡਾ ਇਕੱਠ ਵੱਡਾ ਹੋ ਗਿਆ, ਸਾਡਾ ਮੰਚ ਵੱਡਾ ਹੋ ਗਿਆ, ਤਾਂ ਦਿੱਲੀ ਵਾਲਿਆਂ ਨੂੰ ਤਾਂ ਹੁਣ ਨਹੀਂ ਨੀਂਦ ਆਉਂਦੀ। ਉਹ ਇੱਥੇ ਆਉਣਗੇ ਸਾਡੇ ਕੋਲੇ ਤੇ ਆ ਕੇ ਬਕਾਇਦਾ ਇੱਜ਼ਤ ਨਾਲ ਬਿੱਲ ਲਾਗੂ ਕਰਕੇ ਰੱਦ ਕਰਕੇ ਜਾਣਗੇ ਬਿੱਲਾਂ ਨੂੰ।
ਸੋ ਤਾਂ ਕਰਕੇ ਇੱਕ ਇਹਨੂੰ ਲਾਮਬੰਦੀ ਦੀ ਲੋੜ ਹੈ। ਆਪਦੇ ਆਗੂ ਚੁਣੋ, ਲਹਿਰਾਂ 'ਚੋਂ ਆਗੂ ਨਿਕਲਦੇ ਨੇ। ਬਹੁਤ ਇਤਿਹਾਸ ਗਵਾਹ ਹੈ, ਜਿੰਨੀਆਂ ਲਹਿਰਾਂ ਉੱਠੀਆਂ ਨੇ ਉਹਦੇ 'ਚੋਂ ਆਗੂ ਨਿਕਲੇ ਨੇ ਜਿਨ੍ਹਾਂ ਨੇ ਸਮਾਜ ਨੂੰ ਬੜਾ ਕੁਝ ਦਿੱਤਾ ਹੈ। ਹਰ ਇੱਕ ਚੀਜ਼ ਨੂੰ ਚਲੋ ਠੀਕ ਆ, ਉੱਥੇ ਸਾਡੀ ਵੀ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ। ਸਾਡੇ ਨਾਲ ਧੋਖੇ ਹੀ ਪਹਿਲਾਂ ਇੰਨੇ ਜ਼ਿਆਦਾ ਹੋ ਗਏ, ਹੁਣ ਸਾਡਾ ਜੀਏ ਨਹੀਂ ਕਰਦਾ ਕਿਸੇ ਤੇ ਯਕੀਨ ਕਰਨ ਨੂੰ। ਪਰ ਫਿਰ ਵੀ ਆਪਾਂ ਸਾਰਿਆਂ ਨੂੰ ਇੱਕ ਰੱਸੇ ਨਾਲ ਨਾ ਬੰਨਿਆ ਕਰੀਏ। ਜੇ ਕੋਈ ਸਾਡੇ ਸੰਘਰਸ਼ 'ਚ ਵੀਰ ਆਉਂਦਾ ਚੰਗੀ ਸੋਚ ਲੈ ਕੇ ਤਾਂ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ। ਆਪਦੇ ਹੱਕਾਂ ਦਾ ਸਾਨੂੰ ਪਤਾ ਹੋਵੇ ਵੀ ਅਸੀਂ ਸਾਡੇ ਕੋਲ ਕਿਹੜੇ ਅਧਿਕਾਰ ਨੇ। ਪਿੱਛੋਂ ਰੌਲਾ ਪਾਉਣ ਨਾਲੋਂ ਤਾਂ ਜੇ ਪਹਿਲਾਂ ਰੌਲਾ ਪਾ ਲਾਂਗੇ ਤਾਂ ਚੰਗੇ ਰਹਿ ਜਾਾਂਗੇ। ਜੇ ਇਹੀ ਧਰਨੇ ਅੱਜ ਤੋਂ 10 ਸਾਲ ਪਹਿਲਾਂ ਲੱਗੇ ਹੁੰਦੇ ਵੀ ਪੰਜਾਬ 'ਚ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਹੀ ਨਹੀਂ ਲੈ ਸਕਦਾ ਤਾਂ ਅੱਜ ਆ ਦਿਨ ਹੀ ਨਾ ਆਉਂਦੇ। ਜੇ ਹੁਣ ਆਪਾਂ ਅੱਜ ਜਾਗੇ ਆ ਤਾਂ ਆਪਾਂ ਨੂੰ ਆਪਣੇ ਅਧਿਕਾਰਾਂ ਦਾ ਵੀ ਪਤਾ ਲੱਗੇ। ਇਕੱਲਾ ਇਹ ਨਾ ਹੋਵੇ ਵੀ ਬਿੱਲ ਤਾਂ ਰੱਦ ਕਰਾਵਾਂਗੇ, ਬਿੱਲਾਂ ਤੋਂ ਬਿਨਾਂ ਜਿਹੜੇ ਮੈਂ ਇਹ ਆਸ ਕਰਦਾ ਵੀ ਜਿਹੜੀ ਅਗਲੀ ਸਰਕਾਰ ਆਊਗੀ ਤੁਸੀਂ ਐਸੀ ਸਰਕਾਰ ਲੈ ਕੇ ਆਓ, ਐਸੇ ਬੰਦੇ ਚੁਣ ਕੇ ਲੈ ਕੇ ਆਇਓ ਵੀ ਤੁਹਾਨੂੰ ਇਹ ਲੱਗੇ ਵੀ ਹਾਂ ਯਾਰ ਜੇ ਇਹ ਇਲਾਕੇ ਦਾ ਐਮਐਲਏ ਆ ਤਾਂ ਇਹ ਸਾਡਾ ਹੀ ਹੈ। ਜਿਹੀ ਜੀ ਗੱਲ ਮੈਂ ਕਹਿਤੀ ਬੋਲ ਕੇ ਅਹੀ ਜੀ ਉਹਨੇ ਕਹਿਤੀ, ਐਸੇ ਯਕੀਨਮੰਦ ਬੰਦਿਆਂ ਨੂੰ ਚੁਣਿਓ। ਫਿਰ ਪਿੱਛੋਂ ਨਾ ਪਰੇ ਕਿਹਾ ਕਰੋ ਵੀ ਸਰਕਾਰਾਂ ਲੁੱਟ ਕੇ ਖਾ ਗਈਆਂ, ਸਰਕਾਰਾਂ ਇੱਦਾਂ। ਉਹ ਸਰਕਾਰਾਂ ਦੇ ਕਿਤੇ ਨਾ ਕਿਤੇ ਗੁਨਾਹਗਾਰ ਆਪਾਂ ਹੀ ਆ, ਉਹ ਆਪਾਂ ਹੀ ਬਣਾਈਆਂ ਹੁੰਦੀਆਂ ਨੇ। ਸੋ ਜ਼ਿਆਦਾ ਮੈਂ ਸਮਾਂ ਨਹੀਂ ਲੈਂਦਾ, ਤੁਸੀਂ ਸਾਰੇ ਸਿਆਣੇ ਹੋ, ਸਿਆਣਿਆਂ ਨੂੰ ਸੁਣਨਾ ਚਾਹੀਦਾ। ਤੁਹਾਡੇ ਕੋਲ ਜ਼ਿੰਦਗੀ ਦਾ ਤਜਰਬਾ, ਜ਼ਿਆਦਾ ਬੋਲਣਾ ਨਹੀਂ ਚਾਹੀਦਾ। ਪਰ ਫਿਰ ਵੀ ਇਹ ਸਾਡਾ ਫਰਜ਼ ਹੈ, ਜਿੱਥੇ ਜਥੇਬੰਦੀਆਂ ਸਾਡੀ ਡਿਊਟੀ ਲਾਉਣਗੀਆਂ ਅਸੀਂ ਉਹਨਾਂ ਦੇ, ਕਿਉਂਕਿ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ ਘੋਲ ਲੜੇ ਨੇ, ਅਸੀਂ ਉਹਨਾਂ ਦੀਆਂ ਬਚਨਾਂ ਤੇ ਫੁੱਲ ਚੜਾਵਾਂਗੇ, ਉਹਨਾਂ ਦੇ ਪਿੱਛੇ ਆ ਕੇ ਖੜਾਂਗੇ। ਸਾਨੂੰ ਜੋ ਸਾਡਾ ਉਹਨਾਂ ਦਾ ਸੁਨੇਹਾ ਹੋਇਆ ਅਸੀਂ ਤੁਹਾਡੇ ਤੱਕ ਡਿਲੀਵਰ ਕਰਾਂਗੇ, ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਲੋਕ ਸਾਨੂੰ ਫੋਲੋ ਕਰਦੇ ਨੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ। ਦੂਜੀ ਗੱਲ ਇਹ ਹੋ ਗਈ ਵੀ ਹੁਣ ਇਸ ਲਹਿਰ ਬਾਰੇ ਇਹ ਚੀਜ਼ ਉੱਠ ਗਈ ਵੀ ਹੁਣ ਤਾਂ ਠੰਡਾ ਪੈ ਗਿਆ ਕੰਮ, ਨਾ ਮੀਡੀਆ ਵਾਲੇ ਵੀ ਆਉਣੋਂ ਹਟ ਗਏ ਤੇ ਵੀਰ ਵੀ ਆਉਣੋਂ ਹਟ ਗਏ। ਆਉਣ ਵਾਲੇ ਦਿਨਾਂ 'ਚ ਅਸੀਂ 2-3 ਇਕੱਠ ਪੰਜਾਬ 'ਚ ਉਸ ਲੈਵਲ ਤੇ ਰੱਖ ਰਹੇ ਹਾਂ ਵੱਡੇ, ਕਿ 10,000 15,000 ਬੰਦੇ ਦਾ ਇਕੱਠ ਰੱਖੀਏ, ਜਿੱਥੇ ਸਾਰੇ ਕਲਾਕਾਰ ਭਰਾਵਾਂ ਨੂੰ ਵੀ ਬੁਲਾਈਏ, ਬੁੱਧੀਜੀਵੀ ਵੀਰਾਂ ਨੂੰ ਵੀ ਬੁਲਾਈਏ, ਜਥੇਬੰਦੀਆਂ ਦੇ ਆਗੂ ਵੀ ਬੁਲਾਈਏ, ਜਿਹੜੇ ਦੁਬਾਰੇ ਤੁਹਾਨੂੰ ਇੱਕ ਬੂਸਟ ਅਪ ਦੇ ਕੇ ਜਾਣ। ਉਦੋਂ ਤੱਕ ਤੁਹਾਡੇ ਵੀ ਕੰਮਕਾਰ ਨਿਬੜ ਜਾਣਗੇ। ਤਾਂ ਉਹਦੇ ਨਾਲ ਕੀ ਹੋਊਗਾ, ਜਦੋਂ ਪੂਰੇ ਪੰਜਾਬ 'ਚ 2-3 ਇਕੱਠ ਵੱਡੇ ਕਰਤੇ ਉਦੋਂ ਬਾਅਦ 'ਚ ਲਹਿਰ ਆ ਜਿਹੜੀ ਉਹ ਦੁਬਾਰੇ ਫਿਰ ਸਰਗਰਮ ਹੋ ਜਾਊਗੀ। ਸੋ ਤੁਸੀਂ ਉੱਥੇ ਵੀ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਿਓ। ਇੱਥੇ ਤਾਂ ਤੁਸੀਂ ਡਿਊਟੀਆਂ ਨਿਭਾਉਣੀਆਂ ਨੇ ਆਪਦੀਆਂ। ਜਿੰਨੇ ਵੀ ਨੌਜਵਾਨ ਵੀਰ ਆਏ ਨੇ, ਇਹ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਬਸ ਇਹ ਬਜ਼ੁਰਗ ਬਹੁਤ ਟਿਚਰਾਂ ਕਰਦੇ ਆ ਪਿੱਛੋਂ ਸਾਨੂੰ, ਆਪਾਂ ਤਾਂ ਫੋਟੋਆਂ ਕਰਾ ਕੇ ਮੁੜ ਜਾਂਦੇ ਆ। ਮੁੜ ਕੇ ਮੇਰੀ ਤਾਂ ਹੁਣ ਇਹਨਾਂ ਨਾਲ ਉਹ ਪਰਿਵਾਰਕ ਸਾਂਝ ਬਣ ਚੁੱਕੀ ਆ, ਮੈਨੂੰ ਤਾਂ ਫੋਨ ਆਉਣ ਲੱਗ ਜਾਂਦੇ ਇਹਨਾਂ ਦੇ, ਹਾਂ ਇੱਥੇ ਆਇਆ ਸੀ ਤੂੰ ਮਾਝੇ 'ਚ, 200 ਮੁੰਡਾ ਪਹੁੰਚ ਗਿਆ, ਤੇਰੀ ਗੱਡੀ ਹਲੇ ਜਲੰਧਰ ਨਹੀਂ ਪਹੁੰਚੀ ਤੇ ਅਸੀਂ 25 ਬੁੜੇ ਰਹਿ ਗਏ ਇੱਥੇ ਬੈਠੇ। ਫਿਰ ਸ਼ਰਮ ਆਉਂਦਾ ਵੀ ਯਾਰ ਹੁਣ ਕੀ ਜਵਾਬ ਦਈਏ। ਸਿਆਣੀਆਂ ਗੱਲਾਂ ਮੈਂ ਵੀ ਬਹੁਤ ਕਰਕੇ ਚਲੇ ਜਾਂਦਾ, ਬੈਠਣ ਨੂੰ ਤਾਂ ਮੈਂ ਬਹਿ ਜਾਵਾਂ 50 ਬੰਦੇ ਲੈ ਕੇ ਇੱਕ ਥਾਵੇਂ, ਪਰ ਮੇਰੀ ਇਹ ਡਿਊਟੀ ਲੱਗੀ ਹੈ ਵੀ ਪੰਜਾਬ 'ਚ ਮੈਨੂੰ ਵੀਰ ਕਹਿੰਦੇ ਨੇ ਵੀ ਬਾਈ ਆਪਾਂ ਇੱਕ ਲਾਮਬੰਦੀ ਕਰੀਏ, ਆਪਾਂ ਇੱਕ ਨੁਕਤਾ ਐਸਾ ਬਣਾਈਏ, ਇਕੱਠ ਕਰੀਏ ਜਿਹਦੇ ਨਾਲ ਨੌਜਵਾਨੀ ਜਾਗੇ। ਸੋ ਆਪਦੀ ਡਿਊਟੀ ਸਮਝਦੇ ਹੋ। ਇਹ ਐਂ ਤਾਂ ਹੈ ਨਹੀਂ ਵੀ 10 ਦਿਨਾਂ 'ਚ 20 ਦਿਨਾਂ 'ਚ ਕੰਮ ਨਿਬੜ ਜਾਣਾ, ਇਹਦਾ ਹੋ ਸਕਦਾ 6 ਮਹੀਨੇ ਚੱਲੀ ਜਾਵੇ। ਸ਼ਹੀਨ ਬਾਗ ਦਾ ਮੋਰਚਾ ਉਹਨਾਂ ਨੇ ਲੜਾਈ ਲੜੀ ਆ, 4.5 ਮਹੀਨੇ ਚੱਲੀ ਗਿਆ। ਕੰਮਕਾਰ ਕਰਕੇ ਰਾਤ ਨੂੰ ਜਾ ਕੇ ਫੇਰ ਬਹਿ ਜਾਂਦੇ ਸੀ ਬੰਦੇ ਵੀ ਤੇ ਬੁੜੀਆਂ ਵੀ। ਸੋ ਆਪਾਂ ਤਾਂ ਹੁਣ ਕਰਨਾ ਹੀ ਕੁਛ ਨਹੀਂ ਨਾ। ਆਪਾਂ ਜੇ ਆਪਣੇ ਖੇਤ ਹੀ ਚਲੇ ਗਏ ਕਰਨ ਜੋਗੇ, ਆਪਾਂ ਰਹਿ ਵੀ ਕੀ ਜਾਵਾਂਗੇ ਪਿੱਛੇ। ਕੈਨੇਡਾ ਵੀ ਜੇ ਤੁਸੀਂ ਜਾਣਾ ਤਾਂ ਖੇਤਾਂ ਕਰਕੇ ਜਾਇਆ ਜਾਊਗਾ, ਕੈਨੇਡਾ ਇਦਾਂ ਨਹੀਂ ਜਾਇਆ ਜਾਊਗਾ। ਇੱਕ ਆਸ ਹੈ, ਸਾਡੇ ਵੀ ਸਾਰੇ ਨਿਆਣੇ ਨੇ, ਤੁਹਾਡੇ ਵੀ ਪਿੰਡਾਂ 'ਚੋਂ ਨਿਆਣੇ ਗਏ ਨੇ, ਉਹ ਖੇਤਾਂ ਕਰਕੇ ਗਏ ਨੇ। ਜੋ ਖੇਤ ਹੀ ਨਾ ਰਹੇ ਤਾਂ ਫਿਰ ਪਿੱਛੇ ਵੀ ਕੁਛ ਨਹੀਂ ਬਚਣਾ। ਇਹ ਖੇਤਾਂ ਨਾਲ ਇਕੱਲਾ ਸਾਡਾ ਰੁਜ਼ਗਾਰ ਥੋੜ੍ਹੀ ਜੁੜਿਆ ਵੀ ਅਸੀਂ ਇਹ 'ਚੋਂ ਕਮਾਈ ਕਰਦੇ ਹਾਂ। ਸਾਡਾ ਦੀ ਆਈ ਚਲਾਈ ਚੱਲਦੀ ਹੈ। ਮੈਂ ਪਹਿਲਾਂ ਸਾਡਾ ਇੱਕ ਇਤਿਹਾਸ ਜੁੜਿਆ ਖੇਤਾਂ ਨਾਲ। ਸਾਡੀਆਂ ਉੱਥੇ ਅਮਰੂਦ ਲੱਗੇ ਹੋਏ ਸੀ, ਉੱਥੇ ਜਾਮਣਾ ਹੁਣ ਵੀ ਲੱਗੀਆਂ ਹੋਈਆਂ ਨੇ, ਉੱਥੇ ਮੋਟਰਾਂ ਨੇ, ਉੱਥੇ ਅਸੀਂ ਨਹਾ ਕੇ ਆਪਦਾ ਬਚਪਨ ਗੁਜ਼ਾਰਿਆ। ਉੱਥੇ ਬਜ਼ੁਰਗਾਂ ਨੇ ਬਲਦਾਂ ਨਾਲ ਕੰਮ ਸ਼ੁਰੂ ਕੀਤਾ ਸੀ, ਜਿਨ੍ਹਾਂ ਦੇ ਸੁਹਾਗਿਆਂ 'ਚ ਬਹਿ ਕੇ ਅਸੀਂ ਝੂਟੇ ਲਏ ਹੈ। ਤਾਂ ਉਹ ਇੱਕ ਇਤਿਹਾਸ ਤੋਂ ਸਾਨੂੰ ਤੋੜਨਾ ਚਾਹੁੰਦੇ ਆ, ਸਾਡੀ ਸੱਭਿਅਤਾ ਤੋਂ। ਉਹਨਾਂ ਨੂੰ ਪ੍ਰੋਬਲਮ ਹੈ ਵੀ ਇੱਕ ਐਸਾ ਦਿਲਦਾਰ ਸੂਬਾ ਪੰਜਾਬ ਦਾ, ਚਾਹੇ ਆਪਾਂ ਜਿੰਨਾ ਮਰਜ਼ੀ ਭੰਡੀ ਜਾਈਏ, ਪਰ ਤੁਸੀਂ ਇੱਕ ਚੀਜ਼ ਨੋਟ ਕਰ ਲਿਓ, ਤੁਸੀਂ ਪੰਜਾਬ ਤੋਂ ਕਿਤੇ ਬਾਹਰ ਨਿਕਲ ਕੇ ਬਿਹਾਰ ਦਾ ਗੇੜਾ ਕੱਢਿਆ ਹੋ, ਯੂਪੀ ਦਾ ਕੱਢਿਆ ਹੋ, ਰਾਜਸਥਾਨ ਦੇ ਕਈ ਏਰੀਏ ਨੇ, ਤੁਸੀਂ ਜਾ ਵੜੋ, ਇੰਨੀ ਤਰੱਕੀ ਕਿਤੇ ਨਹੀਂ ਜਿੰਨੀ ਪੰਜਾਬ 'ਚ ਹੈ। ਆਪਾਂ ਇੱਕ ਐਸੀ ਲਗਜ਼ਰੀ ਜ਼ਿੰਦਗੀ ਜਿਉਂਦੇ ਆ ਪੰਜਾਬੀ। ਇਹ ਤੁਹਾਡੀ ਪ੍ਰਾਪਤੀ ਹੈ, ਤੁਹਾਡੀ ਜਿੱਤ ਹੈ, ਸਾਡੇ ਸੂਬੇ ਦੀ ਇੱਕ ਇੱਜ਼ਤ ਹੈ, ਜਿਹਨੂੰ ਚੜ੍ਹਾਈ ਕਹਿ ਦਈਏ। ਤਾਂ ਹੀ ਉਹਨਾਂ ਨੇ ਅੱਖ ਰੱਖੀ ਹੈ ਵੀ ਉਪਜਾਊ ਜ਼ਮੀਨਾਂ ਨੇ, ਆਉਣ ਵਾਲੇ ਸਮੇਂ 'ਚ ਉਹਨਾਂ ਨੇ ਦੱਬਣੀਆਂ ਹੀ ਨੇ। ਇੱਕ ਤਾਂ ਹੋ ਗਿਆ ਵੀ ਅਕਵਾਇਰ ਕਰਨੀ ਜ਼ਮੀਨ, ਸਰਕਾਰ ਨੇ ਖਰੀਦਣੀ ਆ ਨਹੀਂ। ਜਦੋਂ ਇੱਕ ਵਾਰੀ ਉਹ ਆ ਗਏ, ਉਹਨਾਂ ਨੇ ਐਸਾ ਸਿਸਟਮ ਫਿੱਟ ਕਰਨਾ, ਉਹਨਾਂ ਨੇ ਜ਼ਮੀਨ ਖੋਹਣੀ ਆ ਸਾਡੇ ਤੋਂ। ਉਹ ਤਰੀਕੇ ਘੜੀ ਬੈਠੇ ਆ ਸਾਰੇ। ਦੂਜਾ ਬਿੱਲ ਵੀ ਐਸਾ ਮਾਰੂ ਲਾਗੂ ਹੋਣਾ ਸੀ ਵਿੱਚ
ਬੰਦੇ ਬੜੇ ਮੇਰੇ ਜਾਣਕਾਰ ਨੇ ਜਿਹੜੇ ਸਿਸਟਮ ਦੇ ਵਿੱਚ ਨੇ, ਜਿਹੜੇ ਅਫਸਰ ਨੇ। ਆਉਣ ਵਾਲੇ ਬਿੱਲ ਐਸੇ ਨੇ ਵੀ ਆਪਾਂ ਸੋਚ ਨਹੀਂ ਸਕਦੇ। ਜੇ ਅੱਜ ਇਹਨਾਂ ਨੂੰ ਆਪਾਂ ਇੱਥੋਂ ਨਾ ਮੋੜਿਆ ਤਾਂ ਕੱਲ ਨੂੰ ਆਪਣੇ ਤੇ ਖੇਤਾਂ 'ਚ ਤਾਂ ਵੜੀ ਗਏ, ਉਦੋਂ ਬਾਅਦ 'ਚ ਇਹਨਾਂ ਨੇ ਘਰਾਂ 'ਚ ਵੜਨਾ। ਸੋ ਤਾਂ ਕਰਕੇ ਸਾਡਾ ਫਰਜ਼ ਹੈ, ਚਾਹੇ ਧਰਨਿਆਂ ਰਾਹੀਂ, ਪਹਿਲਾ ਤਾਂ ਇਹੀ ਆ ਵੀ ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਦਾ ਸ਼ਾਂਤੀਪੂਰਵਕ ਹੀ ਰੱਖਣਾ ਸਾਰਾ ਕੁਝ। ਉਹ ਤਾਂ ਅਗਲੇ ਚਾਹੁੰਦੇ ਨੇ ਵੀ ਹੁੱਲੜਬਾਜੀ ਹੋਵੇ ਤੇ ਅਸੀਂ ਡਾਂਗਾ ਮਾਰੀਏ, ਖਦੇੜੀਏ। ਇਸ ਸਾਰੇ ਸਿਸਟਮ ਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਹੈ। ਇਸ ਵਾਰ ਇਸ ਲਹਿਰ 'ਚ ਜਿੰਨਾ ਸਾਥ ਸਾਡਾ ਪ੍ਰਸ਼ਾਸਨ ਨੇ ਦਿੱਤਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਦਿੱਤਾ ਹੋਣਾ। ਜਦੋਂ ਮੇਰੀ ਗੱਲ ਹੁੰਦੀ ਆ, ਸਾਡੇ ਕਈ ਵੀਰ ਮਹਿਕਮੇ ਦੇ ਵਿੱਚ ਨੇ, ਉਹ ਕਹਿੰਦੇ ਨੇ ਯਾਰ ਵੀ ਅਸੀਂ ਵੀ ਚਾਹੁੰਦੇ ਆ ਵੀ ਇਹ ਸੰਘਰਸ਼ ਲੰਬਾ ਚੱਲੇ ਤੇ ਅਸੀਂ ਆਪਦੀਆਂ ਮੰਜ਼ਿਲ ਆਪਦੀ ਪ੍ਰਾਪਤ ਕਰੀਏ, ਅਸੀਂ ਜਿੱਤ ਪ੍ਰਾਪਤ ਕਰੀਏ। ਕਿਉਂ? ਕਿੱਤਾ ਤਾਂ ਉਹਨਾਂ ਦਾ ਵੀ ਖੇਤੀਬਾੜੀ ਦਾ ਹੀ ਆ, ਉਹ ਨਹੀਂ ਚਾਹੁੰਦੇ। ਪਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਜਦੋਂ ਹੁੱਲੜਬਾਜੀ ਹੋ ਗਈ। ਤੁਸੀਂ ਬੰਦੇ ਪਛਾਣਨੇ ਵੀ ਨੇ ਵਿੱਚ, ਜਿਹੜੇ ਤੁਹਾਡੇ ਵਿੱਚ ਹੀ ਖੜੇ ਹੁੰਦੇ ਆ, ਉਹ ਜਿਹੜੇ ਹੁੱਲੜਬਾਜੀ ਕਰਨ ਆਏ ਹੁੰਦੇ ਆ। ਆਪਾਂ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ ਤਾਂ ਜਾਣਦੇ ਹੀ ਆ ਸਾਰੇ, ਪਤਾ ਹੀ ਹੁੰਦਾ ਵੀ ਇਹ ਫਲਾਣੇ ਪਿੰਡ ਦਾ, ਢਮਕਾਣੇ ਪਿੰਡ ਦਾ। ਜੇ ਕੋਈ ਬੰਦਾ ਉੱਪਰਾ ਲੱਗੇ ਤਾਂ ਉਹਨੂੰ ਪੁੱਛ ਲਿਆ ਕਰੋ। ਮੈਂ ਇਹ ਗੱਲ ਵਾਰ-ਵਾਰ ਤੁਹਾਨੂੰ ਤਾਂ ਕਹਿੰਦਾ ਕਿਉਂਕਿ ਅਸੀਂ ਦੱਪਰ ਵਾਲਾ ਟੋਲ ਰੋਕਣਾ ਸੀ, ਉੱਥੇ ਇੰਟੈਲੀਜੈਂਸੀ ਦੀ ਰਿਪੋਰਟ ਸੀ, ਸਾਨੂੰ ਪੁਲਿਸ ਵਾਲੇ ਵੀਰ ਬਹੁਤ ਵੱਡੇ ਪੱਧਰ ਤੇ ਫੋਰਸ ਆ ਗਈ, ਉਹਨਾਂ ਨੇ ਸਾਨੂੰ ਰੋਕਤਾ। ਚਲੋ ਅਸੀਂ ਵੀ ਥੋੜ੍ਹਾ ਜਿਹਾ ਗਰਮੀ 'ਚ ਆ ਗਏ ਵੀ ਕਿਉਂ ਰੋਕਣ ਲੱਗੇ ਨੇ ਯਾਰ, ਵੀ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ। ਪਰ ਇਹਨਾਂ ਦੀ ਮਜਬੂਰੀ ਸੀ, ਇਹਨਾਂ ਕੋਲ ਰਿਪੋਰਟ ਸੀ ਵੀ ਇੱਥੇ ਕੁਝ ਹੈਪਨ ਹੋਣਾ। ਇਹਨਾਂ ਨੂੰ ਪਤਾ ਹੁੰਦਾ ਪਹਿਲਾਂ, ਇਹਨਾਂ ਦੇ ਬੜੇ ਸੋਰਸ ਨੇ ਉਸ ਤਰੀਕੇ ਦੇ। ਚਲੋ ਅਸੀਂ ਅੱਧੇ ਘੰਟੇ ਵਾਸਤੇ ਉਹ ਰੋਕਿਆ ਤੇ ਆ ਗਏ। ਰੋਕ ਅਸੀਂ ਦੂਜੇ ਦਿਨ ਵੀ ਲਿਆ, ਇਹਨਾਂ ਨੇ ਕੁਝ ਵੀ ਨਹੀਂ ਕਿਹਾ, ਕਹਿੰਦੇ ਵੀ ਠੀਕ ਹੈ ਦੂਜੇ ਦਿਨ ਆ ਕੇ ਰੋਕ ਲਓ, ਸਾਡੇ ਕੋਲ ਅੱਜ ਰਿਪੋਰਟ ਸੀ, ਉਹ ਕਲੀਅਰ ਹੋ ਗਈ। ਜਿਹੜਾ ਕੰਮ ਉੱਥੇ ਹੁਸ਼ਿਆਰਪੁਰ ਹੋਇਆ, ਉਹ ਕਹਿੰਦੇ ਵੀ ਉੱਥੇ ਵੀ ਕਾਰ ਕੋਈ ਭੰਨਣੀ ਸੀ, ਬੰਦੇ ਤੁਹਾਡੇ ਵਿੱਚ ਹੀ ਖੜੇ ਸੀ। 2 ਘੜੀ ਸਾਨੂੰ ਵੀ ਗੁੱਸਾ ਲੱਗਿਆ ਇਹ ਵੀ ਯਾਰ ਕਿਉਂ ਰੋਕੀ ਜਾਂਦੇ ਆ। ਪਰ ਜਿੱਦਣ ਜੇ ਅਸੀਂ ਉਦੋਂ ਉਹ ਧਰਨਾ ਲਾ ਦਿੰਦੇ ਤਾਂ ਉੱਥੇ ਹੁੱਲੜਬਾਜੀ ਹੋ ਜਾਂਦੀ। ਤਾਂ ਉਹਦੇ ਨਾਲ ਅੱਜ ਇਹ ਨਹੀਂ ਹੈਗਾ ਵੀ ਮਾਛੋਵਾੜੇ ਪੰਪ ਰੋਕਿਆ ਹੋਇਆ, ਇੱਥੇ ਪੂਰਾ ਪੰਜਾਬ ਜੁੜਿਆ ਇਸ ਲਹਿਰ ਨਾਲ। ਜੇ ਇੱਥੇ ਕੋਈ ਹੈਪਨ ਹੋ ਗਿਆ ਤਾਂ ਸਾਰੇ ਪੰਜਾਬ 'ਚ ਖਬਰ ਜਾਣੀ ਆ ਵੀ ਲਹਿਰ ਨੂੰ ਢਾਹ ਲੱਗ ਗਈ। ਸੋ ਬੰਦੇ ਪਛਾਣਨੇ ਨੇ, 2 ਅੱਖਾਂ ਦੀ ਥਾਵੇਂ ਆਪਾਂ ਨੂੰ 4 ਅੱਖਾਂ ਖੁੱਲਣੀਆਂ ਪੈਣੀਆਂ ਨੇ, ਨਾਲ ਦੇਖਣਾ ਵੀ ਪੈਣਾ। ਪੁੱਛ ਲਿਆ ਕਰੋ ਜੇ ਕੋਈ ਉੱਪਰਾ ਲੱਗੇ ਵੀ ਭਾਈ ਤੇਰਾ ਕਿਹੜਾ ਪਿੰਡ ਆ, ਤੂੰ ਕਿੱਥੋਂ ਆਇਆ। ਵੈਸੇ ਤਾਂ ਅਸੀਂ ਜਾਣਦੇ ਹਾਂ ਸਾਰੇ ਇੱਕ ਦੂਜਿਆਂ ਨੂੰ। ਸੋ ਤਾਂ ਕਰਕੇ ਹੁਣ ਇਹ ਐਸੀਆਂ ਰਣਨੀਤੀਆਂ ਬਣਾਉਣ ਲੱਗ ਗਏ ਵੀ ਹੁਣ ਸਾਡੇ ਵਿੱਚ ਇੱਕ ਤਾਂ ਇਹਨਾਂ ਨੇ ਬੰਦੇ ਵਾੜਤੇ, ਦੂਜਾ ਇਹ ਜਦੋਂ ਵੀ ਹੱਥ ਪਾਉਂਦੇ ਆ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਉਂਦੇ ਆ। ਜਦੋਂ ਵੀ ਇਹ ਬੇਅਦਬੀ, ਜਦੋਂ ਵੀ ਕੋਈ ਲਹਿਰ ਖੜੀ ਹੋਵੇ, ਬਰਗਾੜੀ ਮੋਰਚਾ ਵੀ ਸੀ ਜਾਂ ਹੋਰ ਵੀ ਬੜੀਆਂ ਲਹਿਰਾਂ ਸੀਗੀਆਂ, ਇਹ ਜਦੇ ਬੇਅਦਬੀ ਕਰਾ ਦਿੰਦੇ ਨੇ। ਤੇ ਇੱਕ ਚੀਜ਼ ਨੋਟ ਕਰ ਲਿਓ, ਕਰਾਉਂਦੇ ਕਿਹਦੇ ਤੋਂ ਨੇ? ਇਹ ਤਾਂ ਪਾਗਲ ਹੈ ਜੀ, ਇਹ ਤਾਂ ਸੈਂਟਰ 'ਚੋਂ ਆਇਆ ਜੀ, ਇਹਨਾਂ ਤਾਂ ਨਸ਼ੇ ਛੱਡਣੇ ਸੀ। ਕੋਈ ਬੰਦਾ ਜੇਬ 'ਚ ਪਰਚੀ ਲੈ ਕੇ ਘੁੰਮਦਾ ਵੀ ਮੈਂ ਸਪੋਜ਼ ਕਰੋ ਵੀ ਕਿਸੇ ਦੀ ਦਵਾਈ ਚੱਲਦੀ ਹੈ, ਚਲੋ ਮੰਨ ਲਿਆ ਗੋਲੀ ਤਾਂ ਰੱਖ ਲੂਗਾ ਜੇਬ 'ਚ, ਪਰ ਪਰਚੀ ਤਾਂ ਨਹੀਂ ਰੱਖੂਗਾ। ਉਹ ਸਾਰਾ ਪਲੈਨਡ ਸੀ, ਪ੍ਰੋਪਰ ਤਰੀਕਾ। ਉਹ ਪਰਿਵਾਰ ਲੱਭਿਆ, ਬੜੇ ਦੁੱਖ ਨਾਲ ਮੈਨੂੰ ਇਹ ਕਹਿਣਾ ਪੈਂਦਾ, ਮੈਂ ਉਸ ਮਾਤਾ ਦੀ ਇੰਟਰਵਿਊ ਦੇਖੀ, ਚਲੋ ਕਹਿ ਤਾਂ ਦਿੰਦੇ ਹੈ ਤਾਂ ਨਸ਼ੇੜੀ ਸੀ, ਪਰ ਲੱਭਿਆ ਉਹਨਾਂ ਨੇ ਨਸ਼ੇੜੀ ਆ ਜਾਣ ਕੇ। 3 ਪਿੰਡਾਂ 'ਚ ਗਿਆ, ਜੱਲਾ ਪਿੰਡ ਆ ਸਾਡਾ ਦੋਸਤ ਆ ਉੱਥੇ ਦਾ, ਉਦੋਂ ਪਹਿਲਾਂ ਇੱਕ ਪਿੰਡ ਆਉਂਦਾ, ਉੱਥੇ ਉਹ ਰੁਕਿਆ ਪਹਿਲਾਂ ਮੁੰਡਾ, ਉੱਥੇ ਬੰਦੇ ਬੈਠੇ ਸੀ ਗੁਰਦੁਆਰੇ ਦੇ ਬਾਹਰ, ਉਹ ਅੱਗੇ ਆ ਗਿਆ। ਜੱਲੇ ਪਿੰਡ ਬੇਅਦਬੀ ਕੀਤੀ, ਉਦੋਂ ਤਰਖਾਣ ਖਿੜੀ ਆ ਕੇ ਉਹਨੇ ਬੇਅਦਬੀ ਕੀਤੀ ਤੇ ਉਦੋਂ ਬਾਅਦ 'ਚ ਉਹਨੂੰ ਲੈ ਗਏ, ਚਲੋ ਕੁੱਟਮਾਰ ਕੀਤੀ ਉਹਦੀ, ਜੋ ਵੀ ਲੈ ਗਏ ਅੰਦਰ ਲੈ ਗਏ। ਉਦੋਂ ਬਾਅਦ 'ਚ ਮੀਡੀਆ ਉਹਦੀ ਮਾਤਾ ਕੋਲੇ ਗਿਆ। ਮੈਂ ਅੱਜ ਇਸ ਮੰਚ ਤੋਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਮੇਰਾ ਪਿਓ ਬੇਅਦਬੀ ਕਰੇ ਤਾਂ ਮੈਂ ਇੰਨਾ ਜਿਗਰਾ ਰੱਖਦਾ, ਮੈਂ ਉਹਦੇ ਗੋਲੀ ਮਾਰ ਦੇਵਾਂ ਆਪਦੇ ਪਿਓ ਦੇ। ਜੇ ਮੇਰੀ ਮਾਂ ਬੇਅਦਬੀ ਕਰੇ ਤਾਂ ਮੈਂ, ਜੇ ਮੇਰਾ ਭਰਾ ਕਰੇ ਮੈਂ ਉਹਦੇ ਗੋਲੀ ਮਾਰ ਦੇਵਾਂ, ਕਿਉਂਕਿ ਸਾਨੂੰ ਸਾਡੇ ਧਰਮ ਤੋਂ ਉੱਤੇ ਕੋਈ ਚੀਜ਼ ਪਿਆਰੀ ਨਹੀਂ। ਤਾਂ ਉਹਨਾਂ ਨੇ ਕੀ ਕੀਤਾ, ਉਹਦੀ ਬੇਬੇ ਦੀ ਇੰਟਰਵਿਊ ਕੀਤੀ, ਉਹ ਰਟਾਇਆ ਭਾਸ਼ਣ ਬੋਲਦੀ ਆ, ਮੇਰਾ ਤਾਂ ਜੀ ਮੁੰਡਾ ਫਲਾਣੀ ਤਰੀਕ ਤੋਂ ਲੈ ਕੇ ਫਲਾਣੀ ਤਰੀਕ ਤੱਕ ਇਹਦੀ ਦਵਾਈ ਚੱਲਦੀ ਰਹੀ, ਇੱਥੇ ਜੀ ਉਹ ਐਂ ਹੋ ਗਿਆ, ਉਹ ਤਾਂ ਜੀ ਵਿਚਾਰਾ ਐਂ ਸੀ। ਉਹਨੇ ਇੱਕ ਵਾਰੀ ਉਹਦੇ ਮੂੰਹੋਂ ਇਹ ਚੀਜ਼ ਨਹੀਂ ਨਿਕਲੀ ਵੀ ਹਾਂ ਮੇਰੇ ਮੁੰਡੇ ਦੀ ਗਲਤੀ ਆ, ਇਹਨੇ ਗਲਤੀ ਕੀਤੀ ਆ। ਉਲਟਾ ਉਹ ਐਂ ਕਹੀ ਜਾਂਦੀ ਆ ਇਹਨੂੰ ਜੀ ਛੱਡ ਦਿਓ, ਅਸੀਂ ਤਾਂ ਚਾਹੁੰਦੇ ਇਹਨੂੰ ਛੱਡ ਦਿਓ। ਵੀ ਸਾਡੇ ਉਹ ਆ ਕੇ ਪਿਓ ਦੀ ਪੱਗ ਰੋਲ ਗਿਆ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਹਾਜ਼ਰ ਨਾਜ਼ਰ ਗੁਰੂ, ਉਹਨਾਂ ਦੇ ਅੰਗੋਂ ਨੇ ਆ ਕੇ ਉਹਦੀ ਬੇਅਦਬੀ ਕਰਤੀ, ਵਰਕੇ ਪਾੜਤੇ, ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਛੱਡ ਦਿਓ। ਇੱਕ ਵਾਰੀ ਤਾਂ ਤੁਹਾਡੇ ਮੂੰਹੋਂ ਇਹ ਨਿਕਲਣਾ ਚਾਹੀਦਾ ਸੀ ਨਾ, ਪੁੱਤ ਪਿਆਰਾ ਕਿ ਧਰਮ ਪਿਆਰਾ। ਤਾਂ ਸਾਡੇ ਗੁਰੂ ਨੇ ਤਾਂ ਜੇ ਪੁੱਤ ਪਿਆਰਾ ਹੁੰਦਾ ਫਿਰ ਤਾਂ ਅੱਜ ਤਾਂ ਅਸੀਂ ਮੁਗਲਾਂ ਦੇ ਗੁਲਾਮ ਹੁੰਦੇ। ਸਾਡੇ ਗੁਰੂਆਂ ਨੇ 4 ਸਾਹਿਬਜ਼ਾਦੇ ਵਾਰਤੇ, ਸਾਰਾ ਪਰਿਵਾਰ ਵਾਰਤਾ, ਤੇ ਸਾਡੇ ਮੂੰਹੋਂ ਇੱਕ ਵਾਰੀ ਇਹ ਨਹੀਂ ਨਿਕਲਿਆ ਵੀ ਹਾਂ ਮੇਰੇ ਪੁੱਤ ਦੀ ਗਲਤੀ ਹੈ। ਇਹ ਸਾਰਾ ਪਲੈਨਡ ਹੈ, ਸਿਸਟਮ ਬਣਿਆ ਹੋਇਆ। ਉਹ ਬੰਦੇ ਹੀ ਐਸੇ ਚੁਣਦੇ ਨੇ ਵੀ ਕੱਲ ਨੂੰ ਜਦੋਂ ਪ੍ਰਸ਼ਾਸਨ ਵੀ ਉਹ ਮੁੱਦਾ ਚੱਕੇ ਤਾਂ ਪ੍ਰਸ਼ਾਸਨ ਵੀ ਕਹੇ ਵੀ ਹਾਂ ਯਾਰ ਅਮਲੀ ਸੀਗਾ ਯਾਰ। ਅਮਲੀ ਉਹ ਕਿਉਂ ਬੇਅਦਬੀ ਕਰਦੇ ਨੇ ਹਰੇਕ ਵਾਰੀ, ਪਾਗਲ ਹੀ ਕਿਉਂ ਬੇਅਦਬੀ ਕਰਦੇ ਨੇ? ਉਹ ਚੁਣੇ ਜਾਂਦੇ ਨੇ ਬੰਦੇ। ਸੋ ਤੁਹਾਨੂੰ, ਤੁਹਾਡੀ ਲਹਿਰ ਨੂੰ ਢਾਉਣ ਵਾਸਤੇ ਹੁਣ ਇਹ ਬੰਦੇ ਵਿੱਚ ਐਸਾ ਬਹੁਤ ਕੁਝ ਹੋਊਗਾ। ਹੋ ਸਕਦਾ ਸਾਡੇ ਤੇ ਵੀ ਕੱਲ ਨੂੰ ਕੋਈ ਕਾਰਵਾਈ ਹੋ ਜਾਵੇ,
ਕਰਨ ਨੂੰ ਕਰਾਉਣ ਵਾਲਾ ਕੁਝ ਵੀ ਕਰਾ ਸਕਦਾ, ਪਰ ਮਹਾਰਾਜ ਜਾਣਦਾ ਅਸੀਂ ਸੱਚੇ ਦਿਲੋਂ ਚੱਲੇ ਆ। ਅਸੀਂ ਹੋਰ ਕਿਸੇ ਤੇ ਤਾਂ ਆਸ ਰੱਖਦੇ ਨਹੀਂ, ਹਾਜ਼ਰ ਨਾਜ਼ਰ ਸਾਡਾ ਗੁਰੂ ਸਾਡੇ ਨਾਲ ਹੈ। ਸਵੇਰੇ ਓਟ ਆਸਰਾ ਲੈ ਕੇ ਨਿਕਲਦੇ ਆ। ਤੁਸੀਂ ਵੀ ਵੀਰੋ ਜਦੋਂ ਨਿਕਲਦੇ ਹੋ ਘਰੋਂ ਤਾਂ ਅਰਦਾਸ ਕਰਕੇ ਨਿਕਲਿਆ ਕਰੋ ਕਿ ਮਹਾਰਾਜ ਇਸ ਜੰਗ 'ਚ ਸਾਨੂੰ ਸਾਡੀ ਜਿੱਤ ਦਿਓ, ਪੰਜਾਬ ਦੀ ਜਿੱਤ ਦਿਓ। ਲੋੜ ਹੈ ਉਹ ਮਾਹੌਲ ਦੀ ਦੁਬਾਰੇ ਪੰਜਾਬ ਨੂੰ। ਅੱਜ ਪੱਗਾਂ ਦੀ ਲੋੜ ਹੈ। ਮੈਂ ਚਲੋ ਬੰਨਦਾ ਤਾਂ ਮੈਂ ਵੀ ਨਹੀਂ, ਪਰ ਮਹਾਰਾਜ ਮਿਹਰ ਕਰੂਗਾ ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਕਿਰਪਾ ਕਰੂਗਾ, ਬੰਨਾਂਗੇ। ਸਿਰ ਜੋੜਨ ਦੀ ਲੋੜ ਹੈ, ਨਾ ਕਿ ਅੱਜ ਇਹ ਸੋਚਣ ਦੀ ਲੋੜ ਹੈ ਵੀ ਕੋਈ ਨਹੀਂ ਯਾਰ ਸਾਰੀ ਦੁਨੀਆ ਜਿੱਧਰ ਜਾਊਗੀ ਉੱਧਰ ਅਸੀਂ ਚਲੇ ਜਾਵਾਂਗੇ। ਫਿਰ ਤਾਂ ਕੁਝ ਵੀ ਨਹੀਂ ਬਚਣਾ। ਜੇ ਭਗਤ ਸਿੰਘ ਨੇ ਇਦਾਂ ਸੋਚਿਆ ਹੁੰਦਾ ਫਿਰ ਤਾਂ ਅਸੀਂ ਆਜ਼ਾਦ ਹੀ ਨਾ ਹੁੰਦੇ। ਨਿਕਲਣਾ ਪੈਣਾ। ਤੁਹਾਡੀ ਇਹਨਾਂ ਕਦਮਾਂ 'ਚ ਬਾਹਰ ਨਿਕਲ ਕੇ ਜਿਹੜੇ ਤੁਹਾਡੇ ਕਦਮ ਆਏ ਨੇ, ਇੰਨੀ ਕੁ ਜਾਨ ਹੈ, ਉਹ ਪ੍ਰਸ਼ਾਸਨ ਕੰਬਿਆ ਪਿਆ ਸਾਰਾ। ਬਸ ਤੁਹਾਨੂੰ ਤੁਹਾਡੇ ਇੱਕੇ ਦੀ ਲੋੜ ਹੈ, ਲਾਮਬੰਦੀ ਕਰਨ ਦੀ ਲੋੜ ਹੈ। ਸੋ ਭੁੱਲ ਚੋਂ ਗਲਤੀ ਦੀ ਮੈਂ ਮਾਫੀ ਚਾਹੁੰਦਾ ਜੇ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਵੱਧ ਘੱਟ ਹੋ ਗਿਆ ਹੋਵੇ, ਤੁਹਾਡੇ ਤੋਂ ਛੋਟਾ ਸਾਰਿਆਂ ਤੋਂ। ਹੁਣ ਮੈਂ ਲਾਸਟ 'ਚ ਇਹੀ ਕਹਿਣਾ ਚਾਹੂੰਗਾ ਵੀ ਜਿੱਥੇ ਤੱਕ ਇਹ ਲਹਿਰ ਜਾਊਗੀ ਉੱਥੇ ਤੱਕ ਅਸੀਂ ਜਾਵਾਂਗੇ, ਚਾਹੇ ਧਰਨਿਆਂ ਦੇ ਰੂਪ 'ਚ ਜਾਣਾ ਪਵੇ, ਚਾਹੇ ਕਾਨੂੰਨੀ ਰੂਪ 'ਚ ਜਾਣਾ ਪਵੇ, ਚਾਹੇ ਮੁੜ ਕੇ ਡਾਂਗਾਂ ਦੇ ਰੂਪ 'ਚ ਜਾਣਾ ਪਵੇ। ਬਿੱਲਾਂ ਨੂੰ ਰੱਦ ਕਰਾ ਕੇ ਹਟਾਂਗੇ। ਐਦਾਂ ਨਹੀਂ ਘਰੇ ਵੜਦੇ। ਹਾਂ ਠੀਕ ਹੈ, ਨਾਲ ਨਾਲ ਸਾਡਾ ਕਿੱਤਾ ਵੀ ਹੈ, ਸਾਡਾ ਕੰਮ ਵੀ ਹੈ। ਤੁਸੀਂ ਇਹ ਵੀ ਨਾ ਸੋਚਿਆ ਕਰੋ ਹੁਣ ਬੜੇ ਲੋਕ ਫੇਸਬੁੱਕ ਤੇ ਇਹ ਕਹਿਣ ਲੱਗ ਜਾਂਦੇ ਨੇ ਜੇ ਕਿਸੇ ਦਾ ਕੋਈ ਗਾਣਾ ਆ ਜਾਵੇ। ਹੁਣ ਆਪਾਂ ਵੀ ਯਾਰ ਫਸਲ ਵੱਢਦੇ ਹੀ ਆ ਨਾ, ਸਾਡਾ ਵੀ ਉਹ ਕੰਮ ਆ। ਜਾਂ ਤੁਸੀਂ ਇਹ ਕਹੋ ਵੀ ਅਸੀਂ ਧਰਨਿਆਂ ਤੇ ਨਹੀਂ ਆਉਂਦੇ ਜਾਂ ਅਸੀਂ ਲਹਿਰ ਦਾ ਹਿੱਸਾ ਨਹੀਂ, ਕੰਮ ਤਾਂ ਕਰਾਂਗੇ ਨਾਲ ਦੀ ਨਾਲ ਜਿਹੜਾ ਸਾਡਾ ਫਰਜ਼ ਬਣਦਾ। ਅੱਜ ਸਾਰੀ ਇੰਡਸਟਰੀ ਧਰਨਿਆਂ 'ਚ ਆਈ ਹੈ, ਨਾਲ ਦੀ ਨਾਲ ਉਹਨੇ ਗੀਤ ਵੀ ਕੱਢੇ ਨੇ ਤੇ ਕੱਢ ਵੀ ਰਹੇ ਨੇ, ਪਰ ਜਿਹੜਾ ਸਾਡਾ ਕਿੱਤਾ ਹੈ, ਜਿੱਥੋਂ ਸਿਸਟਮ ਚੱਲਦਾ, ਉਹ ਤਾਂ ਨਾਲ ਦੀ ਨਾਲ ਬਰਕਰਾਰ ਰਹੂਗਾ ਨਾ। ਉਹ ਤਾਂ ਕਰਾਂਗੇ ਆਪਾਂ। ਬੜੇ ਵੀਰਾਂ ਨੂੰ ਇਹ ਹੁਣ ਜਿਹੜੇ ਫੇਸਬੁੱਕ ਤੇ ਬੁੱਧੀਜੀਵੀ ਬੈਠੇ ਆ, ਇੱਕ ਤਾਂ ਸਾਰੇ ਹੀ ਜੱਜ ਵਕੀਲ ਜਿਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹ ਉੱਥੇ ਕਰੰਟ ਕੱਢਦਾ ਫਿਰ ਆਪਦਾ, ਉੱਥੇ ਵਕਾਲਤ ਪੇਸ਼ ਕਰਦਾ ਫੇਸਬੁੱਕ ਤੇ ਵੀ ਐਂ ਤੋਂ ਐਂ ਕਿਉਂ ਹੋ ਗਿਆ, ਐਂ ਤੋਂ ਐਂ ਕਿਉਂ ਹੋ ਗਿਆ। ਪਰ ਮੈਂ ਇਸ ਚੀਜ਼ ਦੀ ਗਾਰੰਟੀ ਲਿਖ ਕੇ ਦੇ ਦਿੰਦਾ ਵੀ ਜਿਹੜੇ ਫੇਸਬੁੱਕ ਤੇ ਕਮੈਂਟ ਕਰਦੇ ਨੇ, ਨਾ ਉਹ ਕਿਤੇ ਧਰਨਿਆਂ 'ਚ ਆਉਂਦੇ ਨੇ, ਨਾ ਉਹ ਕਿਸੇ ਪਾਸੇ ਲਹਿਰ ਦਾ ਹਿੱਸਾ ਨੇ, ਉਹ ਉੱਥੇ ਹੀ ਖੁਸ਼ ਨੇ। ਬਸ ਇੱਕ ਵਾਰੀ ਲੱਗ ਜਾਣਗੇ 25-30 IT ਸੈੱਲ ਵੀ ਹੁੰਦੇ ਨੇ, ਇਹ ਸਰਕਾਰਾਂ ਵੀ ਕਰਾਉਂਦੀਆਂ ਨੇ। ਹਜ਼ਾਰ ਕਮੈਂਟ ਆ ਜਿਹੜਾ ਸਿੱਧਾ ਜਦੋਂ ਤੁਸੀਂ ਕਿਸੇ ਦੇ ਕਮੈਂਟ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਵੀ ਸਾਰੀ ਦੁਨੀਆ 1000 ਕਮੈਂਟ ਹੈ, 800 ਕਮੈਂਟ ਇਹਦੇ ਪੱਖ 'ਚ ਹੈ, ਤਾਂ ਉਹ ਸਰਕਾਰਾਂ ਹੀ ਕਰਾਉਂਦੀਆਂ ਨੇ ਸਾਰੇ। ਇੱਕ ਵਾਰੀ ਐਸੇ ਸੌਫਟਵੇਅਰ ਬਣੇ ਹੋਏ ਨੇ, ਇੱਕ ਵਾਰ 'ਚ 1 ਲੱਖ ਕਮੈਂਟ ਡਿਲੀਵਰ ਹੁੰਦਾ। ਤੁਸੀਂ ਟੈਕਨੋਲੋਜੀ ਨਾਲ ਸਾਰੇ ਜੁੜੇ ਹੋ। ਜਦੋਂ ਤੁਸੀਂ ਕਿਸੇ ਦੀ ਵੇਬ ਬਣਾਉਣੀ ਹੋਵੇ, ਜਦੋਂ ਜੇ ਅੱਜ ਮੰਨ ਲਓ ਸਪੋਜ਼ ਕਰੋ ਸਰਕਾਰ ਨੇ ਮੈਨੂੰ ਇੱਕ ਕੋਈ ਮੰਚ ਦੇਣਾ ਨਾ ਵੱਡਾ, ਤਾਂ ਮੈਨੂੰ ਉਹ ਇਸ ਤਰੀਕੇ ਨਾਲ ਫੇਸਬੁੱਕ ਤੇ ਪੇਸ਼ ਕਰਨਗੇ ਵੀ ਹਾਂ ਯਾਰ ਅਗਲਾ ਭਗਤ ਸਿੰਘ ਇਹੀ ਹੈ, ਬਸ ਸਾਡਾ ਤਾਂ ਇਹੀ ਆਜ਼ਾਦੀ ਲੈ ਕੇ ਦਊਗਾ, ਹੋਰ ਕੋਈ ਬੰਦਾ ਹੀ ਨਹੀਂ ਹੈਗਾ। ਉੱਥੇ ਫੇਸਬੁੱਕ ਤੇ ਕਮੈਂਟ ਵੀ ਸਾਰੇ ਇਹੋ ਜਿਹੇ ਹੋਣਗੇ। ਉਹਨਾਂ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ। ਉਹ ਸਾਰਾ ਪ੍ਰੋਪੋਗੰਡਾ ਸਰਕਾਰਾਂ ਦਾ, ਉਹ IT ਸੈੱਲ ਨੇ, ਫੇਕ ਆ ਸਾਰਾ ਕੁਝ। ਬੰਦੇ ਇਹੀ ਨੇ ਇੱਥੇ ਜਿਹੜੇ ਧਰਨੇ 'ਚ ਆ ਕੇ ਜਿਹੜੇ ਸਾਡੇ ਨਾਲ ਦਰੀਆਂ ਤੇ ਬੈਠੇ ਨੇ, ਉੱਥੇ ਉਹ ਤਾਂ ਵਿਗਿਆਨੀ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਖੁਸ਼ ਰਹਿਣ ਦਿਓ ਉਹਨੇ 'ਚ। ਪਰ ਤੁਹਾਡੇ ਦਿਮਾਗ ਤੇ, ਤੁਸੀਂ ਪੜ੍ਹਦਾ ਤਾਂ ਮੈਂ ਵੀ ਹਾਂ, ਹੁਣ ਪੜ੍ਹਦੇ ਤੁਸੀਂ ਹੋ, ਤੁਹਾਡੇ ਦਿਮਾਗ ਤੇ ਉਹ ਚੀਜ਼ਾਂ ਅਸਰ ਕਰਦੀਆਂ ਨੇ, ਤੁਸੀਂ ਪਰਵਾਹ ਨਾ ਕਰਿਆ ਕਰੋ ਉਹਨਾਂ ਦੀ ਜਮਾਂ ਹੀ। ਉਹ ਤਾਂ ਇੱਕ ਸਾਜ਼ਿਸ਼ ਹੁੰਦੀ ਹੈ ਬਿਲਕੁਲ, ਵੀ ਕਿਸੇ ਦਾ ਪੱਖ ਕਲੀਅਰ ਕਰਨਾ। ਸੋ ਭੁੱਲ ਚੋਂ ਗਲਤੀ ਦੀ ਮੈਂ ਮਾਫੀ ਚਾਹੁੰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਨੌਜਵਾਨ ਏਕਤਾ, ਨੌਜਵਾਨ ਏਕਤਾ। ਕਾਲੇ ਬਿੱਲਾਂ ਨੂੰ ਰੱਦ ਕਰੋ, ਕਾਲੇ ਕਾਨੂੰਨਾਂ ਰੱਦ ਕਰੋ। ਥੈਂਕ ਯੂ। ਸੋ ਮੈਂ ਧੰਨਵਾਦ ਕਰਦਾ। ਹੈਲੋ, ਠੀਕ ਹੈ ਵੀਰੇ। ਸੋ ਧੰਨਵਾਦ ਕਰਦਾ ਵੀਰ ਹੋਰਾਂ ਦਾ, ਜਸ ਬਾਜਵਾ ਜੀ ਦਾ। ਸੋ ਨਾਲ ਆਏ ਸਾਰੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦਾ, ਜਿਹੜੇ ਬੜੀ ਦੂਰ ਤੋਂ ਲਾਮਬੰਦ ਹੁੰਦੇ ਹੋਏ ਵਾਰੀ ਵਾਰੀ ਆਪਣਾ ਫਰਜ਼ ਨਿਭਾ ਰਹੇ ਨੇ। ਹੁਣ ਤੋਂ ਬਾਅਦ ਇਹਨਾਂ ਦੇ ਅਗਲੇ ਹੈਲੋ ਹੈਲੋ ਅੱਛਾ ਮੈਕ ਲੱਗਦਾ। ਹੈਲੋ, ਹਾਂਜੀ। ਸੋ ਧੰਨਵਾਦ ਕਰਦੇ ਆ ਵੀਰ ਉਹਨਾਂ ਦਾ। ਸੋ ਆਪਾਂ ਨੂੰ ਇਹ ਗੱਲ ਸਾਰਿਆਂ ਨੂੰ ਭਲੀ ਭਾਂਤੀ ਵੀਰ ਨੇ ਸਮਝਾਤੀ ਵੀ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਹੀ ਪੈਣਾ। ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਤੁਸੀਂ ਜਿੰਨੀਆਂ ਮਰਜ਼ੀ ਆਪਣੇ ਘੋੜੇ ਭਜਾ ਲਓ, ਜਿੰਨੀਆਂ ਮਰਜ਼ੀ ਪਾਰਟੀਆਂ ਦੇ ਮਗਰ ਝੰਡੇ ਲੈ ਕੇ ਘੁੰਮ ਲਓ, ਆਪਣਾ ਗੁਜ਼ਾਰਾ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਆ ਕੇ ਹੀ ਹੋਣਾ। ਅੱਜ ਜਿਹੜੀ ਲਹਿਰ ਚੱਲੀ ਹੈ ਪੰਜਾਬ 'ਚ, ਪਹਿਲਾਂ ਵੀ ਲਹਿਰਾਂ ਚੱਲੀਆਂ ਨੇ, ਬਹੁਤ ਲਹਿਰਾਂ ਚੱਲੀਆਂ ਨੇ। ਬੜੇ ਹਮੇਸ਼ਾ ਸੈਂਟਰ ਦੇ ਨਾਲ ਜਾਂ ਸਰਕਾਰਾਂ ਨਾਲ, ਮੌਕੇ ਦੀਆਂ ਸਰਕਾਰਾਂ ਨਾਲ ਆਪਣੇ ਸਿੰਘ ਫਸੇ ਹੀ ਰਹੇ ਨੇ।
ਬਿਲਕੁਲ ਸੱਚ। ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26 004।